वाहिगुरु साहिब जीओ, कहाँ बुद्ध प्रभ तुष हमारी। बरन सकै महिमा जो तिहारी। हम ना सकत कर सिफत तुम्हारी। आप लिहो तुम कथा सुधारी। मूक उचरै शास्त्र खट, पिंग गिरन चढ़ जाए। अंध लखै बदरु सुनै, जो काल कृपा कराए। सतनाम श्री वाहिगुरु साहिब जीओ। विभास प्रभाती बाणी भगत कबीर जी की। एक ओंकार सतगुर प्रसाद। मरण जीवन की शंका नासी, आपन रंग सहज परगासी। प्रगटी जोत मिटया अंधियारा, राम रतन पाया करत बिचारा। रहाओ। विभास प्रभाती बाणी भगत कबीर जी की। एक ओंकार सतगुर प्रसाद। मरण जीवन की शंका नासी। वाहिगुरु जी का खालसा, वाहिगुरु जी की फतेह। परम सम्मानयोग गुरु खालसा सत संगत जीओ। सतगुरु ने अपार बख्शिश की थी। आप संगतां सतगुरु की अमृतमई बाणी की लड़ीवार कथा विचार सरवण कर रहे हो। चल रही लड़ीवार गुरबाणी की कथा प्रभाती राग के अंदर है। प्रभाती राग के अंदर श्री मुख वाक बाणी संपूर्ण हुई है। हुण अगे भगत बाणी की कथा आरंभ हो रही है। श्रोमणी भगत भगत कबीर जी की पावन बाणी की विचार आरंभ हो रही है। विभास प्रभाती, विभास ते प्रभाती दो राग ने। दोनों रागां दे विच सम्मिलित बाणी भगत कबीर जी की। अगे बाणी भगत कबीर जी की आरंभ हो रही है। आरंभ दे विच मंगलाचरण लिखिया है। एक ओंकार, वो अकाल पुरख वाहिगुरु एक अद्वैत स्वरूप है। ओंकार सारिਆਂ ਦਾ प्रकाशक, सत नास तो रहत। मिलदा किवें है? गुर प्रसाद गुरु की किरपा दे नाल। हुण अगे भगत कबीर जी स्वै अनभव उचारण करते हैं। रहाऊ दीआं पंक्तियां हैं। प्रगटी जोत मिटिया अंधियारा, राम रतन पाया करत बिचारा। रहाओ। प्रगटी जोत उस अकाल पुरख वाहिगुरु की जोत प्रगट हो गई है। सब मैं जोत जोत है सोए, तिसदै चानण सब मह चानण होए। गुर साखी जोत प्रगट होए।
ਉਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੁੰਦੀ ਹੈ। ਹੁਣ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਗਈ ਹੈ। ਮਿਟਿਆ ਅੰਧਿਆਰਾ, ਮੋਹ ਮਾਇਆ ਅਗਿਆਨ ਦਾ ਹਨੇਰਾ ਮਿਟ ਗਿਆ ਹੈ। ਰਾਮ ਰਤਨ ਪਾਇਆ ਕਰਤ ਵਿਚਾਰਾ, ਵਿਚਾਰ ਕਰਦਿਆਂ ਹੋਇਆਂ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਥਵਾ ਅੰਤਰ ਆਤਮਾ ਤਤ ਮਿਥਿਆ ਦੀ ਵਿਚਾਰ ਕਰਦਿਆਂ ਹੋਇਆਂ ਰਾਮ ਰਤਨ ਪਾਇਆ। ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ। ਮੇਰਾ ਹੀਰੈ ਰਤਨ ਨਾਮ ਹਰ ਬਸਿਆ। ਉਹ ਰਤਨ ਨਾਮ ਸਾਡੇ ਅੰਦਰ ਸੀ ਪਰ ਹੈ ਸੀ ਗੁਪਤ। ਹੁਣ ਅਸੀਂ ਉਸ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ। ਹੁਣ ਆਰੰਭ ਤੋਂ ਗਰੀਬਨਵਾਜ ਸ਼੍ਰੋਮਣੀ ਭਗਤ ਕਬੀਰ ਜੀ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਨ ਰੰਗ ਸਹਿਜ ਪਰਗਾਸੀ। ਭਗਤ ਕਬੀਰ ਜੀ ਸਵੈ ਅਨੁਭਵ ਉਚਾਰਨ ਕਰਦੇ ਹਨ, ਆਪਨ ਰੰਗ ਸਹਿਜ ਪਰਗਾਸੀ। ਹੁਣ ਆਪਣੇ ਆਤਮਾ ਦੇ ਰੰਗ ਵਿੱਚ ਸਹਿਜ ਪਰਗਾਸੀ ਦੈਵੀ ਗਿਆਨ ਦਾ ਚਾਨਣ ਹੋ ਗਿਆ, ਅਥਵਾ ਆਪਨ ਰੰਗ ਆਪਣੇ ਆਤਮਾ ਦੇ ਰੰਗ ਵਿੱਚ ਆਤਮਿਕ ਗਿਆਨ ਦਾ ਚਾਨਣ ਹੋ ਗਿਆ ਹੈ। ਮਰਨ ਜੀਵਨ ਕੀ ਸ਼ੰਕਾ ਨਾਸੀ। ਹੁਣ ਮਰਨ ਤੇ ਜੀਵਨ ਦੀ ਸ਼ੰਕਾ, ਵਹਿਮ ਭਰਮ, ਚਿੰਤਾ, ਗਲਤਫਹਿਮੀ ਦੂਰ ਹੋ ਗਈ ਹੈ। ਮਰਨ ਵਾਲੀ ਕਿਹੜੀ ਚੀਜ਼ ਹੈ, ਇਹ ਭਰਮ ਮਿਟ ਗਿਆ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਾਲਤ ਆਪ ਹੀ ਕਰੇ। ਜਦੋਂ ਆਤਮਿਕ ਗਿਆਨ ਦਾ ਚਾਨਣ ਹੋ ਜਾਂਦਾ ਹੈ, ਫਿਰ ਇਸ ਗੱਲ ਦਾ ਭਰੋਸਾ ਆ ਜਾਂਦਾ ਹੈ, ਮਰਨ ਹਾਰੇ ਜੀਰਾ ਨਹੀਂ, ਜੀਵ ਆਤਮਾ ਅਮਰ ਹੈ। ਇਸੇ ਲਈ ਹੁਣ ਆਤਮਿਕ ਜੀਵਨ ਪ੍ਰਾਪਤ ਕਰਕੇ ਮਰਨ ਤੇ ਜੀਵਨ ਦੀ ਸ਼ੰਕਾ ਨਾਸ ਹੋ ਗਈ ਹੈ। ਪ੍ਰਗਟੀ ਜੋਤ ਮਿਟਿਆ ਅੰਧਿਆਰਾ। ਹੁਣ ਉਸ ਵਾਹਿਗੁਰੂ ਦੀ ਅਖੰਡ ਜੋਤ ਸਾਡੇ ਅੰਦਰ ਪ੍ਰਗਟ ਹੋ ਗਈ ਹੈ, ਸਾਖਿਆਤਕਾਰ ਹੋ ਗਈ ਹੈ। ਅਗਿਆਨ ਦਾ, ਮੋਹ ਮਾਇਆ ਦਾ ਹਨੇਰਾ ਮਿਟ ਗਿਆ ਹੈ। ਰਾਮ ਰਤਨ ਪਾਇਆ ਕਰਤ ਵਿਚਾਰਾ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਥਵਾ ਆਤਮਾ ਤੇ ਅਨਾਤਮਾ ਦੀ ਵਿਚਾਰ ਕਰਦਿਆਂ ਹੋਇਆਂ ਅਸੀਂ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ। ਰਹਾਉ ਜਹ ਆਨੰਦ ਦੁਖ ਦੂਰ ਪੈ ਆਨਾ। ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਜਿੱਥੇ ਵਾਹਿਗੁਰੂ ਸਾਖਿਆਤਕਾਰ ਹੋ ਜਾਂਦਾ ਹੈ ਫਿਰ ਉੱਥੇ ਆਨੰਦ ਪ੍ਰਗਟ ਹੋ ਜਾਂਦਾ ਹੈ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅੰਧ ਕਣਾ ਮੈਂ ਸੋ ਪ੍ਰਭ ਡਿਠਾ ਰਾਮ। ਹੁਣ ਜਿੱਥੇ ਆਨੰਦ ਸਰੂਪ ਵਾਹਿਗੁਰੂ ਪ੍ਰਗਟ ਹੋ ਗਿਆ, ਦੁੱਖ ਦੂਰ ਪਿਆਨਾ, ਉਥੋਂ ਦੁੱਖ ਦੂਰ ਪਿਆਨਾ ਦਾ ਅਰਥ ਚਲਿਆ ਗਿਆ, ਦੁੱਖ ਉਥੋਂ ਦੂਰ ਦੌੜ ਗਿਆ ਹੈ। ਮਨ ਮਾਨਕ ਲਿਵ ਤਤ ਲੁਕਾਨਾ। ਜਿਹੜਾ ਸਾਡਾ ਮਨ ਸੀ, ਇਹ ਮਾਨਕ ਮੋਤੀ ਵਾਂਗੂ ਸ਼ੁੱਧ ਹੋ ਕੇ, ਇਹ ਮਨ ਮੋਤੀ ਵਾਂਗ ਸ਼ੁੱਧ ਹੋ ਕੇ ਲਿਵ ਤਤ ਲੁਕਾਨਾ, ਜੋ ਤਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ,
ਉਹਦੇ ਵਿੱਚ ਲਿਵ ਲਾ ਕੇ ਲੋਕਾਨਾ ਉਹਦੇ ਵਿੱਚ ਗਾਇਬ ਹੋ ਗਿਆ। ਇਹਦਾ ਮਤਲਬ ਇਹ ਹੈ ਸਾਡਾ ਮਨ ਰੂਪੀ ਮੋਤੀ ਸ਼ੁੱਧ ਹੋ ਕੇ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਉਹਦੇ ਵਿੱਚ ਅਭੇਦ ਹੋ ਗਿਆ ਹੈ। ਜੋ ਕਿਛ ਹੋਆ ਸੋ ਤੇਰਾ ਭਾਣਾ। ਇਹ ਵਾਹਿਗੁਰੂ ਜੀ, ਜੋ ਵੀ ਕੁਝ ਹੋਇਆ, ਹੋ ਰਿਹਾ ਜਾਂ ਹੋਵੇਗਾ, ਇਹ ਸਭ ਤੇਰਾ ਹੀ ਭਾਣਾ ਹੈ। ਕਿਉਂ? ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਕਿਸੇ ਕਵੀ ਦਾ ਕਥਨ ਹੈ, ਬਿਨਾ ਹੁਕਮ ਨਹਿ ਝੂਲੇ ਪਾਤਾ, ਸੋ ਹੋਵੇ ਜੋ ਕਰੇ ਵਿਦਾਤਾ। ਜੋ ਵੀ ਕੁਛ ਹੋਇਆ ਉਹ ਸਭ ਤੇਰਾ ਭਾਣਾ ਹੀ ਹੈ। ਜੋ ਇਵ ਬੂਝੈ ਸੋ ਸਹਿਜ ਸਮਾਣਾ। ਜਿਹੜਾ ਇਸ ਤਰ੍ਹਾਂ ਸਮਝ ਲੈਂਦਾ ਹੈ, ਤੇਰੇ ਭਾਣੇ ਨੂੰ, ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਫਿਰ ਉਹ ਸਹਿਜ ਆਤਮਕ ਅਡੋਲ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ ਹੈ। ਕਹਿਤ ਕਬੀਰ ਕਿਲ ਵਿਕ ਗਏ ਖੀਣਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਹੁਣ ਸਾਡੇ ਸਾਰੇ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ, ਘੋਰ ਪਾਪ, ਵੱਡੇ ਪਾਪ ਸਾਰੇ ਨਾਸ ਹੋ ਗਏ। ਮਨ ਭਇਆ ਜਗ ਜੀਵਨ ਲੀਣਾ। ਤੇ ਸਾਡਾ ਇਹ ਮਨ ਜੋ ਜਗ ਦਾ ਜੀਵਨ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਚੇਤਨ ਰੂਪ ਬ੍ਰਹਮ, ਉਹਦੇ ਵਿੱਚ ਲੀਨ ਹੋ ਗਿਆ ਹੈ, ਉਹਦੇ ਵਿੱਚ ਤਦਾਕਾਰ ਹੋ ਗਿਆ ਹੈ। ਪ੍ਰਭਾਤੀ ਅੱਲਹੁ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ। ਹੁਣ ਜੋ ਅੱਗੇ ਦੂਸਰਾ ਸ਼ਬਦ ਆ ਰਿਹਾ ਭਗਤ ਕਬੀਰ ਜੀ ਦਾ, ਇਹਦੇ ਵਿਚਲੇ ਭਾਵਾਂ ਤੋਂ, ਸਿਧਾਂਤਾਂ ਤੋਂ ਇਹ ਗੱਲ ਪ੍ਰਗਟ ਹੁੰਦੀ ਹੈ। ਭਗਤ ਕਬੀਰ ਜੀ ਦੇ ਪਾਸ ਹਿੰਦੂ ਤੇ ਮੁਸਲਮਾਨ ਦੋਵੇਂ ਧਰਮਾਂ ਦੇ ਹਮਾਇਤੀ, ਦੋਵੇਂ ਧਰਮਾਂ ਦੇ ਪੈਰੋਕਾਰ ਕਬੀਰ ਭਗਤ ਜੀ ਦੇ ਸਾਹਮਣੇ ਆਏ ਨੇ। ਉਹਨਾਂ ਨੇ ਆ ਕੇ ਆਖਿਆ, ਭਗਤ ਜੀ ਤੁਸੀਂ ਇਹ ਦੱਸੋ, ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ? ਤਾਂ ਭਗਤ ਕਬੀਰ ਜੀ ਨੇ ਆਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ। ਕਿਉਂ? ਹਿੰਦੂ ਤੇ ਮੁਸਲਮਾਨ ਰੱਬ ਨੇ ਨਹੀਂ ਬਣਾਏ, ਰੱਬ ਨੇ ਇਨਸਾਨ ਬਣਾਏ। ਹਿੰਦੂ ਤੇ ਮੁਸਲਮਾਨ ਬਾਅਦ ਵਿੱਚ ਬਣੇ ਨੇ, ਇਸ ਲਈ ਅਸੀਂ ਹਿੰਦੂ ਤੇ ਮੁਸਲਮਾਨ ਨਹੀਂ, ਅਸੀਂ ਰੱਬ ਦੇ ਬਣਾਏ ਹੋਏ ਇਨਸਾਨ ਹਾਂ। ਫਿਰ ਉਹ ਮੌਲਵੀ, ਮੁਸਲਮਾਨਾਂ ਦਾ ਧਾਰਮਿਕ ਆਗੂ, ਕਹਿਣ ਲੱਗਾ, ਸਾਡੇ ਮੁਸਲਮਾਨਾਂ ਦਾ ਇਹ ਅਕੀਦਾ ਹੈ ਕਿ ਸਾਡੀ ਮਸਜਿਦ ਦੇ ਵਿੱਚ ਖੁਦਾ ਵਸਦਾ, ਕਾਬਾ ਰੱਬ ਦਾ ਘਰ ਹੈ, ਇਹ ਸਾਡਾ ਵਿਸ਼ਵਾਸ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤਾਂ ਭਗਤ ਕਬੀਰ ਜੀ ਨੇ ਦੋਹਾਂ ਨੂੰ ਸਾਹਮਣੇ ਖੜਿਆਂ ਤੱਕ ਕੇ ਇਹ ਉਪਦੇਸ਼ ਦਿੱਤਾ, ਅੱਲਾਹ ਰਾਮ ਜੀਵੋਂ ਤੇਰੇ ਨਾਈ, ਤੂੰ ਕਰ ਮਿਹਰਾਮਤ ਸਾਈਂ। ਰਹਾਓ, ਹੇ ਅੱਲਾ, ਹੇ ਰਾਮ। ਮੁਸਲਮਾਨ ਰੱਬ ਨੂੰ ਅੱਲਾ ਕਹਿੰਦੇ ਨੇ ਤੇ ਹਿੰਦੂ ਰਾਮ ਕਹਿੰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਮੇਰੇ ਲਈ ਅੱਲਾ ਤੇ ਰਾਮ ਦੋ ਵੱਖ-ਵੱਖ ਨਹੀਂ, ਇੱਕੋ ਹੀ ਵਾਹਿਗੁਰੂ ਦੇ ਦੋ ਨਾਮ ਹਨ, ਪਰ ਹੈ ਇੱਕ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਅੱਲਾ, ਹੇ ਰਾਮ, ਤੂੰ ਮੇਰੇ ਸਿਰ ਦਾ ਸਾਈਂ ਹੈ, ਤੂੰ ਕਰ ਮਿਹਰਾਮਤ ਸਾਈਂ, ਤੂੰ ਸਾਡੇ 'ਤੇ ਮਿਹਰਾਮਤ ਕਰ। ਮਿਹਰ ਦਾ ਬਹੁਵਚਨ ਮਿਹਰਾਮਤ ਹੁੰਦਾ ਹੈ। ਐ ਅੱਲਾ, ਹੇ ਰਾਮ, ਐ ਮੇਰੇ ਸਿਰ ਦੇ ਸਾਈਂ ਵਾਹਿਗੁਰੂ, ਤੂੰ ਮੇਰੇ 'ਤੇ ਮਿਹਰ ਕਰ। ਜੀਵੋਂ ਤੇਰੇ ਨਾਈ, ਮੈਂ ਤੇਰਾ ਨਾਮ ਜਪਦਾ ਹਾਂ, ਤੇਰਾ ਨਾਮ ਜਪ ਕੇ ਮੈਂ ਜੀ ਰਿਹਾ ਹਾਂ। ਤੇਰੇ ਨਾਮ ਦੇ ਨਾਲ ਮੇਰੀ ਇੰਨੀ ਪ੍ਰੀਤ ਬਣ ਗਈ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ।
ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿਨ ਪਾਵੈ ਸਭ ਕੋਏ। ਜਿਵੇਂ ਅਮਲੀ ਨੂੰ ਅਮਲ ਨਾ ਮਿਲੇ ਉਹਨੂੰ ਤੋੜ ਲੱਗਦੀ ਹੈ, ਜਾਨ ਔਖੀ ਹੋ ਜਾਂਦੀ ਹੈ। ਮੱਛੀ ਨੂੰ ਪਾਣੀ ਨਾ ਮਿਲੇ ਤੜਫ ਤੜਫ ਕੇ ਮਰ ਜਾਂਦੀ ਹੈ। ਇੰਨਾ ਹੀ ਪਿਆਰ ਸਾਡਾ ਤੇਰੇ ਨਾਮ ਦੇ ਨਾਲ ਹੈ। ਅਸੀਂ ਤੇਰਾ ਨਾਮ ਜਪ ਕੇ ਜਿਉਂਦੇ ਹਾਂ। ਅੱਲਾ ਤੇ ਰਾਮ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਜਾਪਦਾ। ਹੁਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ, ਪ੍ਰਭਾਤੀ ਅੱਲਹੁ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਲੋ ਭਗਤ ਜੀ ਪਹਿਲਾਂ ਮੁਸਲਮਾਨਾਂ ਨੂੰ ਸਵਾਲ ਕਰਦੇ ਨੇ ਵੀ ਤੁਹਾਡੇ ਅਕੀਦੇ ਮੁਤਾਬਕ ਉਹ ਅੱਲਾ, ਉਹ ਖੁਦਾ ਇੱਕ ਮਸੀਤ ਵਿੱਚ ਹੀ ਬਸਦਾ ਹੈ ਅਤੇ ਤੁਸੀਂ ਉਸ ਮਸਜਿਦ ਨੂੰ ਰੱਬ ਦਾ ਘਰ ਆਖਦੇ ਹੋ। ਇਹ ਤੁਹਾਡਾ ਵਿਸ਼ਵਾਸ ਹੈ ਨਾ। ਪਰ ਅਸੀਂ ਇੱਕ ਤੁਹਾਡੇ ਸਾਹਮਣੇ ਸਵਾਲ ਰੱਖਦੇ ਹਾਂ। ਚਲੋ ਮੰਨ ਲਿਆ ਮਸੀਤ ਅੱਲਾ ਦਾ ਘਰ ਹੈ, ਤੁਹਾਡੀ ਮਸਜਿਦ ਦੇ ਵਿੱਚ ਅੱਲਾ ਖੁਦਾ ਵਸ ਰਿਹਾ ਹੈ। ਅਵਰ ਮੁਲਕ ਕਿਸ ਕੇਰਾ, ਜਿਹੜਾ ਹੋਰ ਏਡਾ ਵੱਡਾ ਮੁਲਕ ਹੈ, ਏਡਾ ਵੱਡਾ ਸੰਸਾਰ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਉਹ ਫਿਰ ਕਿਸ ਦਾ ਹੋਇਆ? ਕੀ ਤੁਹਾਡੀ ਇਕੱਲੀ ਮਸੀਤ ਵਿੱਚ ਹੀ ਰੱਬ ਵਸਦਾ? ਜੇ ਮਸੀਤ ਹੀ ਰੱਬ ਦਾ ਘਰ ਹੈ ਅਤੇ ਬਾਕੀ ਮੁਲਕ ਦਾ ਮਾਲਕ ਕੌਣ ਹੈ, ਉਹਦਾ ਖਾਵੰਦ ਕੌਣ ਹੈ, ਉਹਦੇ ਵਿੱਚ ਕੌਣ ਰਹਿੰਦਾ ਹੈ, ਕਿਹਦਾ ਹੁਕਮ ਚੱਲਦਾ ਹੈ? ਇਹਦਾ ਜਵਾਬ ਦਿਓ। ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮਹਿ ਤਤ ਨਾ ਹੇਰਾ। ਫਿਰ ਉਹ ਕਹਿਣ ਲੱਗੇ ਕੀ ਤੁਸੀਂ ਹਿੰਦੂ ਹੋ? ਤਾਂ ਭਗਤ ਜੀ ਕਹਿੰਦੇ ਮੈਂ ਹਿੰਦੂ ਵੀ ਨਹੀਂ। ਹਿੰਦੂ ਮੂਰਤ ਨਾਮ ਨਿਵਾਸੀ, ਕਿਉਂਕਿ ਹਿੰਦੂ ਲੋਕ ਮੂਰਤੀ ਨਾਮ ਦੇ ਪੱਥਰ ਦੇ ਵਿੱਚ ਨਿਵਾਸੀ ਭਗਵਾਨ ਦਾ ਨਿਵਾਸ ਮੰਨਦੇ ਨੇ। ਜਿੰਨਾ ਵੀ ਹਿੰਦੂ ਜਗਤ ਹੈ ਉਹ ਮੂਰਤੀਆਂ ਦੀ ਪੂਜਾ ਕਰ ਰਿਹਾ ਹੈ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋਈਏ ਪਾਤਸ਼ਾਹੀ 10ਵੀਂ। ਭਗਤ ਕਬੀਰ ਜੀ ਫਰਮਾਉਂਦੇ ਨੇ, ਹਿੰਦੂ ਲੋਕ ਮੂਰਤੀ ਨਾਮ ਦੇ ਪੱਥਰ ਵਿੱਚ ਭਗਵਾਨ ਦਾ ਨਿਵਾਸ ਮੰਨਦੇ ਨੇ। ਉਹਨਾਂ ਮੂਰਤੀਆਂ ਨੂੰ ਭਗਵਾਨ ਰਾਮ ਕ੍ਰਿਸ਼ਨ ਕਹਿ ਕੇ ਮੰਨਦੇ ਪੂਜਦੇ ਨੇ। ਦੋਹ ਮੈਂ ਤਤ ਨਾ ਹੇਰਾ, ਪਰ ਅਸੀਂ ਦੋਹਾਂ ਵਿੱਚ ਹੀ ਤਤ ਉਸਦਾਂਤ ਨਹੀਂ ਵੇਖਿਆ। ਇਹਨਾਂ ਦੋਹਾਂ ਦੇ ਵਿੱਚ ਰੱਬ ਦੀ ਹੋਂਦ ਨੂੰ ਨਹੀਂ ਦੇਖਿਆ। ਇਹਨਾਂ ਦੋਹਾਂ ਦੇ ਵਿੱਚ ਹੀ ਕੋਈ ਹਕੀਕਤ, ਕੋਈ ਵਾਸਤਵਿਕਤਾ ਸਾਨੂੰ ਨਜ਼ਰ ਨਹੀਂ ਆਈ। ਅੱਲਹ ਰਾਮ ਜੀਵੋ ਤੇਰੇ ਨਾਈ, ਹੇ ਅੱਲਾ ਹੇ ਰਾਮ, ਅਸੀਂ ਤਾਂ ਤੇਰੇ ਨਾਮ ਜਪ ਕੇ ਜੀ ਰਹੇ ਹਾਂ। ਤੂੰ ਕਰ ਮਿਹਰਾਮਤ ਸਾਈ, ਹੇ ਸਾਈਂ ਹੇ ਮਾਲਕ ਵਾਹਿਗੁਰੂ, ਤੂੰ ਸਾਡੇ ਤੇ ਮਿਹਰ ਕਰ ਤੇ ਅਸੀਂ ਹਮੇਸ਼ਾ ਲਈ ਤੇਰਾ ਨਾਮ ਹੀ ਜਪਦੇ ਰਹੀਏ। ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ, ਪਸ਼ਚਮ ਅੱਲਹ ਮੁਕਾਮਾ। ਪੱਛਮ ਅੱਲਹ ਮੁਕਾਮਾ। ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਨੇ, ਹਿੰਦੂ ਲੋਕਾਂ ਦਾ ਇੱਕ ਹੋਰ ਵੀ ਅਕੀਦਾ ਹੈ। ਉਹ ਕੀ ਹੈ? ਦੱਖਣ ਦੇਸ਼ ਹਰੀ ਕਾ ਬਾਸਾ। ਦੱਖਣ ਦੇਸ਼ ਦੇ ਵਿੱਚ ਹਰੀ ਦਾ ਵਾਸਾ ਹੈ, ਭਗਵਾਨ ਦਾ ਵਾਸਾ ਹੈ। ਹਿੰਦੂ ਰਾਮ ਕ੍ਰਿਸ਼ਨ ਨੂੰ ਭਗਵਾਨ ਕਹਿ ਦਿੰਦੇ ਨੇ। ਉਹ ਦੱਖਣ ਦੇਸ਼ ਦੇ ਵਿੱਚ ਜਗਨਨਾਥਪੁਰੀ ਇੱਕ ਬੜਾ ਪ੍ਰਾਚੀਨ ਮੰਦਰ ਹੈ। ਉਸ ਦੱਖਣ ਦੇਸ਼ ਦੇ ਵਿੱਚ ਹਿੰਦੂ ਲੋਕ ਹਰੀ ਦਾ ਵਾਸਾ ਮੰਨਦੇ ਨੇ। ਪੱਛਮ ਅੱਲਹ ਮੁਕਾਮਾ, ਪੱਛਮ ਤੋਂ ਭਾਵ ਹੈ ਸ਼ਿਪ ਦੇ ਵੱਲ, ਜਿੱਧਰ ਅਰਬ ਕੰਟਰੀ ਹੈ। ਪੱਛੋਂ ਵੱਲ ਮੁਸਲਮਾਨ ਲੋਕ ਅੱਲਾ ਦਾ ਮੁਕਾਮ ਟਿਕਾਣਾ ਸਮਝਦੇ ਨੇ। ਮੁਸਲਮਾਨ ਕਾਬੇ ਨੂੰ ਰੱਬ ਦਾ ਘਰ ਆਖਦੇ ਨੇ ਅਤੇ ਹਿੰਦੂ ਲੋਕ ਦੱਖਣ ਦੇਸ਼ ਵਿੱਚ ਹਰੀ ਦਾ ਵਾਸਾ ਮੰਨਦੇ ਹਨ। ਦਿਲ ਮਹਿ ਖੋਜ ਦਿਲੈ ਦਿਲ ਖੋਜੋ,
ਇਹੀ ਠੌਰ ਮੁਕਾਮਾ। ਇਹ ਦੋਵੇਂ ਭਗਤ ਕਬੀਰ ਜੀ ਨੂੰ ਪੁੱਛਣ ਲੱਗੇ, ਕੀ ਤੁਸੀਂ ਇਸ ਗੱਲ ਨੂੰ ਨਹੀਂ ਮੰਨਦੇ ਵੀ ਦੱਖਣ ਦੇਸ਼ ਜਗਨਨਾਥਪੁਰੀ ਵਿੱਚ ਭਗਵਾਨ ਨਹੀਂ ਵਸਦਾ, ਕਿ ਕਾਬੇ ਵਿੱਚ ਅੱਲਾ ਨਹੀਂ ਵਸਦਾ? ਤਾਂ ਭਗਤ ਜੀ ਕਹਿੰਦੇ, ਮੈਂ ਇਸ ਗੱਲ 'ਤੇ ਬਹਿਸ ਨਹੀਂ ਕਰਨਾ ਚਾਹੁੰਦਾ, ਪਰ ਮੈਂ ਹਕੀਕਤ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਉਹ ਰੱਬ ਦਾ ਘਰ ਕਿਹੜਾ ਹੈ? ਦਿਲ। ਦਿਲ ਮੈਂ ਖੋਜ ਦਿਲੇ ਦਿਲ ਖੋਜੋ। ਦਿਲਾਂ ਦਾ ਦਿਲਬਰ ਤੁਹਾਡੇ ਦਿਲ ਵਿੱਚ ਹੀ ਰਹਿ ਰਿਹਾ ਹੈ, ਉਹਦੀ ਖੋਜ ਕਰੋ। ਇਹੀ ਠੌਰ ਮੁਕਾਮਾ, ਇਹ ਅਸਲੀ ਉਸ ਵਾਹਿਗੁਰੂ ਪਰਮੇਸ਼ਰ ਦੇ ਰਹਿਣ ਦਾ ਟਿਕਾਣਾ ਹੈ ਅਤੇ ਇਹੀ ਘਰ ਹੈ। ਕਿਉਂ? ਉਹ ਪਰਮਾਤਮਾ ਸਭ ਦੇ ਦਿਲਾਂ ਵਿੱਚ ਵਸ ਰਿਹਾ ਹੈ। ਬਾਬਾ ਫਰੀਦ ਜੀ ਨੇ ਵੀ ਇਹੀ ਸਿਧਾਂਤ ਪ੍ਰਗਟਾਇਆ ਹੈ। ਫਰੀਦਾ ਜੰਗਲ ਜੰਗਲ ਕਿਆ ਪਵਹਿ, ਵਣ ਕੰਡਾ ਮੋੜੇਹ, ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇਹ। ਘਟ ਘਟ ਮੈਂ ਹਰ ਜੂ ਬਸੈ। ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਨੇ, ਦਿਲ ਮੈਂ ਖੋਜ ਦਿਲੇ ਦਿਲ ਖੋਜੋ। ਦਿਲਾਂ ਦਾ ਦਿਲ, ਦਿਲਾਂ ਦਾ ਦਿਲਬਰ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਦਿਲ ਵਿੱਚ ਵਸ ਰਿਹਾ ਹੈ। ਤੁਸੀਂ ਉਹਦੀ ਉੱਥੇ ਖੋਜ ਕਰੋ। ਉਹ ਪਰਮਾਤਮਾ ਬਾਹਰੋਂ ਨਹੀਂ ਮਿਲੇਗਾ, ਅੰਦਰੋਂ ਲੱਭੇਗਾ। ਇਹੀ ਉਸ ਦੇ ਰਹਿਣ ਦਾ ਅਸਲੀ ਟਿਕਾਣਾ ਹੈ, ਇਹੀ ਉਸ ਦਾ ਘਰ ਹੈ। ਬ੍ਰਾਹਮਣ ਗਿਆਸ ਕਰਹਿ 24 ਕਾਜੀ ਮਹਿ ਰਮਜਾਨਾ। ਲੋ ਭਗਤ ਕਬੀਰ ਜੀ ਇੱਕ ਹੋਰ ਦੋਨਾਂ ਧਰਮਾਂ ਦੇ ਆਗੂਆਂ ਅੱਗੇ ਸਵਾਲ ਕਰਦੇ ਨੇ, ਬਈ ਦੇਖੋ ਜਿਹੜੇ ਬ੍ਰਾਹਮਣ ਲੋਕ ਨੇ, ਗਿਆਸ ਦਾ ਅਰਥ ਹੈ ਇਕਾਦਸ਼ੀਆਂ। ਇੱਕ ਸਾਲ ਦੇ ਵਿੱਚ 12 ਮਹੀਨੇ ਆਉਂਦੇ ਨੇ ਅਤੇ 24 ਇਕਾਦਸ਼ੀਆਂ ਆਉਂਦੀਆਂ ਨੇ, ਕਿਉਂਕਿ 2 ਪੱਖ ਨੇ ਨਾ, ਸੁਦੀ ਅਤੇ ਵਦੀ ਪੱਖ। ਅਤੇ ਜਿਹੜੇ ਬ੍ਰਾਹਮਣ ਲੋਕ ਨੇ 24 ਇਕਾਦਸ਼ੀਆਂ ਨੂੰ ਮੰਨਦੇ ਨੇ। ਇਕਾਦਸ਼ੀ ਵਾਲੇ ਦਿਨ ਪੂਜਾ ਪਾਠ ਕਰਦੇ ਨੇ, ਆਰਤੀ ਉਤਾਰਦੇ ਨੇ ਅਤੇ ਉਹ ਰੱਬ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਨ। ਕਾਜੀ ਮਹਿ ਰਮਜ਼ਾਨਾ, ਅਤੇ ਜਿਹੜੇ ਕਾਜੀ ਹੈ ਉਹ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਸਮਝਦਾ ਹੈ। ਮੁਸਲਮਾਨ ਰਮਜ਼ਾਨ ਦਾ ਮਹੀਨਾ ਰੋਜ਼ਿਆਂ ਦੇ ਮਹੀਨੇ ਨੂੰ ਆਖਦੇ ਨੇ। ਮੁਸਲਮਾਨਾਂ ਦੇ 30 ਰੋਜ਼ੇ ਹੁੰਦੇ ਨੇ ਔਰ ਉਹਨਾਂ ਦਾ ਇਹ ਅਕੀਦਾ ਹੈ ਬਈ ਰੋਜ਼ੇ ਰੱਖਣ ਦੇ ਨਾਲ ਰੱਬ ਖੁਸ਼ ਹੁੰਦਾ ਹੈ। ਇਹ ਆਪੋ ਆਪਣੀ ਉਹਨਾਂ ਦੀ ਧਾਰਨਾ ਬਣੀ ਹੋਈ ਹੈ। ਭਗਤ ਕਬੀਰ ਜੀ ਦੋਹਾਂ ਨੂੰ ਕਹਿੰਦੇ ਨੇ, ਬ੍ਰਾਹਮਣ ਲੋਕ 24 ਇਕਾਦਸ਼ੀਆਂ ਨੂੰ ਮੰਨਦੇ ਹਨ, ਉਸ ਦਿਨ ਰੱਬ ਦੀ ਪੂਜਾ ਉਪਾਸਨਾ ਕਰਦੇ ਨੇ, ਅਤੇ ਮੁਸਲਮਾਨ ਲੋਕ ਰਮਜ਼ਾਨ ਦੇ ਮਹੀਨੇ ਉਹ ਰੋਜ਼ੇ ਰੱਖਦੇ ਨੇ, ਰੱਬ ਦੀ ਬੰਦਗੀ ਕਰਦੇ ਹਨ। ਚੰਗੀ ਗੱਲ ਹੈ। 11 ਮਾਸ ਪਾਸ ਕਹਿ ਰਾਖੇ, ਏਕੈ ਮਾਹੇ ਨਿਧਾਨਾ। ਭਗਤ ਕਬੀਰ ਜੀ ਸਵਾਲ ਕਰਦੇ ਨੇ, ਬਾਕੀ ਜਿਹੜੇ 11 ਮਹੀਨੇ ਨੇ ਸਾਲ ਦੇ, ਉਹ ਤੁਸੀਂ ਲਾਂਭੇ ਕਰਕੇ ਰੱਖ ਦਿੱਤੇ ਨੇ, ਕਿ ਉਹਨਾਂ ਮਹੀਨਿਆਂ ਵਿੱਚ ਰੱਬ ਨੂੰ ਯਾਦ ਕਰਨਾ ਕੋਈ ਪਾਪ ਹੈ? ਤੁਸੀਂ ਕੇਵਲ ਇੱਕ ਮਹੀਨੇ ਦੇ ਅੰਦਰ ਹੀ ਰੱਬ ਦੀ ਭਗਤੀ ਕਰਨੀ, ਰੋਜ਼ੇ ਰੱਖਣੇ, ਇਹਨੂੰ ਅੱਛਾ ਸਮਝਦੇ ਹੋ। ਜਿਹੜੇ ਬਾਕੀ 11 ਮਹੀਨੇ ਨੇ ਉਹ ਲਾਂਭੇ ਕਰਕੇ ਰੱਖ ਦਿੱਤੇ ਨੇ। ਇੱਕ ਹੈ ਮਾਹੇ ਨਿਧਾਨਾ, ਇੱਕੋ ਵਿੱਚ ਹੀ ਖਜ਼ਾਨਾ ਲੱਭਦੇ ਹੋ ਵੀ ਇੱਕ ਮਹੀਨੇ ਭਗਤੀ ਕਰਕੇ ਜੋ ਸਾਰੇ ਸੁੱਖਾਂ ਦਾ, ਸ਼ਕਤੀਆਂ ਦਾ ਖਜ਼ਾਨਾ ਖੁਦਾ ਰੱਬ ਅੱਲਾ ਭਗਵਾਨ ਹੈ, ਉਹ ਸਾਨੂੰ ਮਿਲ ਜਾਵੇਗਾ। ਵੀ ਇਸ ਤਰ੍ਹਾਂ ਤੇ ਉਹਨੇ ਨਹੀਂ ਮਿਲਣਾ। ਕਹਾਂ ਉਡੀਸੇ ਮੱਜਣ ਕੀਆ, ਕਿਆ ਮਸੀਤ ਸਿਰ ਨਾਏ। ਲੋ ਉਡੀਸਾ ਪ੍ਰਾਂਤ ਦਾ ਨਾਮ ਹੈ। ਉੱਥੇ ਇੱਕ ਸਮੁੰਦਰ ਹੈ। ਜਿਹੜਾ ਜਗਨਨਾਥਪੁਰੀ ਸ਼ਹਿਰ ਹੈ ਉਹ ਵੀ ਉਡੀਸਾ ਦੇ ਵਿੱਚ ਹੀ ਹੈ। ਉਡੀਸਾ ਪ੍ਰਾਂਤ ਵਿੱਚ ਜਾ ਕੇ ਜੇ ਸਮੁੰਦਰ ਵਿੱਚ ਇਸ਼ਨਾਨ ਵੀ ਕਰ ਲਿਆ, ਇਹਦਾ ਬਹੁਤ ਵੱਡਾ ਲੋਕ ਪੁੰਨ ਸਮਝਦੇ ਨੇ ਹਿੰਦੂ ਲੋਕ। ਕਹਾਂ ਉਡੀਸੇ ਮੱਜਨ ਕੀ ਆ? ਉਡੀਸੇ ਪ੍ਰਾਂਤ ਵਿੱਚ ਜਾ ਕੇ ਜਗਨਨਾਥਪੁਰੀ ਸਮੁੰਦਰ ਦੇ ਵਿੱਚ ਜਾ ਕੇ ਇਸ਼ਨਾਨ ਕਰ ਲਿਆ, ਦੱਸੋ ਉਹਦਾ ਕੀ ਲਾਭ ਹੋਇਆ? ਕਿਆ ਮਸੀਤ ਸ਼ਰਨ ਆਏ,
ਤੇ ਜੇ ਮਸੀਤਾਂ ਵਿੱਚ ਜਾ ਕੇ ਸਿਰ ਨਵਾ ਦਿੱਤਾ, ਸਜਦਾ ਕਰ ਦਿੱਤਾ, ਤੇ ਇਹਦੇ ਨਾਲ ਕੀ ਲਾਭ ਹੋਇਆ? ਸਾਨੂੰ ਤੇ ਇਹਦੇ ਵਿੱਚੋਂ ਕੋਈ ਖਾਸ ਲਾਭ ਨਜ਼ਰ ਨਹੀਂ ਆ ਰਿਹਾ। ਦਿਲ ਮਹਿ ਕਾਪਟ ਨਿਵਾਜ ਗੁਜ਼ਾਰੈ, ਕਿਆ ਹਜ ਕਾਬੈ ਜਾਏ। ਲੋ ਭਗਤ ਕਬੀਰ ਜੀ ਮੁਸਲਮਾਨਾਂ ਨੂੰ ਕਹਿੰਦੇ ਨੇ, ਦਿਲ ਮੈਂ ਕਪਟ, ਜੇ ਤੁਹਾਡੇ ਦਿਲ ਦੇ ਵਿੱਚ ਕਪਟ ਹੈ, ਛਲ ਹੈ, ਧੋਖਾ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਭਾਵਨਾ ਹੈ, ਤੁਸੀਂ ਨਮਾਜ਼ ਪੜ੍ਹਦੇ ਹੋ, ਦਿਲ ਦੇ ਵਿੱਚ ਕਪਟ ਰੱਖ ਕੇ ਤੁਸੀਂ ਨਮਾਜ਼ ਪੜ੍ਹਦੇ ਹੋ, ਕਿਆ ਹਜ ਕਾਬਾ ਜਾਏ। ਉਹ ਨਮਾਜ਼ ਪੜ੍ਹੀ ਕੀ ਸਵਾਰੇਗੀ? ਕੁਝ ਨਹੀਂ ਸਵਾਰਨਾ। ਕਿਆ ਹਜ ਕਾਬਾ ਜਾਏ, ਤੇ ਕਾਬੇ ਦਾ ਹਜ ਕਰਨ ਵਾਸਤੇ ਜਾਂਦੇ ਹੋ, ਉੱਥੇ ਜਾ ਕੇ ਵੀ ਕੀ ਮਿਲੇਗਾ ਜੇ ਤੁਹਾਡੀ ਨੀਅਤ ਹੀ ਸਾਫ਼ ਨਹੀਂ, ਤੁਹਾਡੇ ਮਨ ਦੇ ਵਿੱਚ ਕਪਟ ਹੈ, ਛਲ ਹੈ, ਪਾਪ ਹੈ, ਬੇਈਮਾਨੀ ਹੈ, ਦਿਖਾਵਾ ਹੈ, ਪਖੰਡ ਹੈ, ਫਿਰ ਤੁਹਾਡਾ ਸਿਰ ਨਵਾਇਆ ਤੇ ਕਾਜੇ ਦਾ ਹੱਜ ਵੀ ਕੁਝ ਨਹੀਂ ਸਵਾਰ ਸਕਦਾ। ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਲੋ ਭਗਤ ਜੀ ਕਹਿੰਦੇ ਨੇ, ਉਹ ਕਹਿੰਦੇ ਤੁਹਾਡਾ ਕੀ ਅਕੀਦਾ ਹੈ? ਭਗਤ ਜੀ ਕਹਿੰਦੇ ਇਹ ਤੇ ਔਰਤ ਮਰਦਾਂ ਸਾਜੇ। ਦੇਖ ਲਓ ਉਸ ਵਾਹਿਗੁਰੂ ਨੇ ਕਿੰਨੀਆਂ ਔਰਤਾਂ ਕਿੰਨੇ ਮਰਦ ਬਣਾਏ ਨੇ। ਦੋ ਕਿਸਮ ਦਾ ਸੰਸਾਰ ਹੈ, ਨਰ ਤੇ ਮਾਦਾ, ਇਸਤਰੀ ਤੇ ਪੁਰਸ਼। ਇੰਨੇ ਪਾਪ ਬਹੁਤੇ ਉਸ ਵਾਹਿਗੁਰੂ ਨੇ ਇਸਤਰੀ ਪੁਰਸ਼ਾਂ ਦੇ ਸਰੀਰ ਰਚੇ ਨੇ। ਇਹ ਸਭ ਰੂਪ ਤੁਮਾਰੇ। ਤੇ ਹੇ ਵਾਹਿਗੁਰੂ ਜੀ, ਸਾਨੂੰ ਸਾਰੇ ਤੁਹਾਡਾ ਹੀ ਰੂਪ ਦਿਸਦੇ ਨੇ। ਕਿਉਂ? ਉਹ ਵਾਹਿਗੁਰੂ ਪਰਮੇਸ਼ਰ ਬਣਾਉਣ ਵਾਲਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਕਬੀਰ ਭਗਤ ਜੀ ਕਹਿੰਦੇ ਨੇ, ਜਿੰਨੇ ਵੀ ਇਸਤਰੀ ਪੁਰਸ਼ਾਂ ਦੇ ਸਰੀਰ ਨੇ, ਇਹ ਸਾਰੇ ਤੁਸਾਂ ਹੀ ਬਣਾਏ ਨੇ ਤੇ ਸਾਨੂੰ ਤੇਰਾ ਹੀ ਰੂਪ ਦਿਸਦੇ ਹਨ। ਕਬੀਰ ਪੂੰਗਰਾ ਰਾਮ ਅੱਲਹ ਕਾ, ਸਭ ਗੁਰ ਪੀਰ ਹਮਾਰੇ। ਤੇ ਕਬੀਰ ਭਗਤ ਰਾਮ ਤੇ ਅੱਲਾ ਦਾ ਭਾਵ, ਰਾਮ ਤੇ ਅੱਲਾ ਦੋ ਨਹੀਂ, ਇੱਕ ਪਰਮੇਸ਼ਰ ਦੇ ਨਾਮ ਨੇ। ਹਿੰਦੂ ਉਸ ਨੂੰ ਰਾਮ ਕਹਿੰਦੇ ਨੇ, ਮੁਸਲਮਾਨ ਅੱਲਾ ਕਹਿੰਦੇ ਨੇ, ਪਰ ਨਾਮ ਦੋ ਹੋ ਸਕਦੇ ਨੇ, ਰੱਬ ਦੋ ਨਹੀਂ ਹੋ ਸਕਦੇ। ਕਬੀਰ ਉਸ ਰਾਮ ਅੱਲਾ ਦਾ ਪੂੰਗਰਾ ਬੱਚਾ ਹੈ। ਮੈਂ ਉਸ ਰੱਬ ਦਾ ਪੁੱਤਰ ਹਾਂ। ਸਭ ਗੁਰ ਪੀਰ ਹਮਾਰੇ, ਜਿੰਨੇ ਵਾਹਿਗੁਰੂ ਨੇ ਇਸਤਰੀ ਤੇ ਪੁਰਸ਼ ਸਾਜੇ ਨੇ, ਚਾਹੇ ਉਹ ਹਿੰਦੂਆਂ ਵਿੱਚੋਂ ਨੇ ਤੇ ਚਾਹੇ ਮੁਸਲਮਾਨਾਂ ਵਿੱਚੋਂ ਨੇ, ਉਹ ਸਾਡੇ ਸਾਰੇ ਗੁਰੂ ਨੇ, ਸਾਰੇ ਪੀਰ ਨੇ। ਜਿਹੜੇ ਹਿੰਦੂਆਂ ਦੇ ਰਿਸ਼ੀ ਮੁਨੀ ਨੇ, ਰਹਿਬਰ ਨੇ, ਅਵਤਾਰ ਨੇ, ਉਹ ਸਾਡੇ ਗੁਰੂ ਨੇ, ਪੂਜਨੀਕ ਨੇ। ਤੇ ਜਿਹੜੇ ਮੁਸਲਮਾਨਾਂ ਦੇ ਕੋਈ ਨਬੀ ਨੇ, ਵਲੀ ਨੇ, ਕੋਈ ਹੋਰ ਬੰਦਗੀ ਵਾਲੇ ਮਹਾਂਪੁਰਖ ਦਰਵੇਸ਼ ਨੇ, ਉਹ ਸਾਡੇ ਸਾਰੇ ਪੀਰ ਨੇ। ਜਿੱਥੋਂ ਵੀ ਕੋਈ ਚੰਗੀ ਸਿੱਖਿਆ ਮਿਲਦੀ ਹੈ, ਲੈ ਲੈਣੀ ਚਾਹੀਦੀ ਹੈ। ਕਹਿਤ ਕਬੀਰ ਸੁਨਹੁ ਨਰ ਨਰ ਵੈ, ਪਰਹੋ ਏਕ ਕੀ ਸਰਨਾ। ਲੋ ਕਬੀਰ ਭਗਤ ਜੀ ਫਰਮਾਉਂਦੇ ਨੇ, ਐ ਨਰ ਨਰ ਵੈ, ਨਰ ਨਾਰੀਓ, ਮਾਈ ਪਾਈ ਸਾਰੇ ਸੁਣੋ, ਪਰਹੋ ਏਕ ਕੀ ਸਰਨਾ। ਬਈ ਤੁਸੀਂ ਵਾਹਿਗੁਰੂ ਨੂੰ ਦੋ ਨਾ ਮੰਨੋ, ਇੱਕ ਸਮਝ ਕੇ ਉਹਦੀ ਸ਼ਰਨ ਵਿੱਚ ਪਾਓ। ਰਾਮ ਤੇ ਅੱਲਾ ਦੋ ਨਹੀਂ, ਇਹ ਉਹਦੇ ਦੋ ਨਾਮ ਨੇ, ਹੈ ਉਹ ਇੱਕ। ਤੁਸੀਂ ਇੱਕ ਨਾਲ ਜੁੜਨਾ ਹੈ। ਏਕੋ ਜਪ ਏਕੋ ਸਾ ਲਾਹੇ, ਏਕ ਸਮਰ ਏਕੋ ਮਨ ਆਹੇ। ਗੁਰਮਤਿ ਦਾ ਸਿਧਾਂਤ ਵੀ ਇਹੀ ਹੈ। ਇੱਕ ਓੰਕਾਰ, ਇੱਕ ਨਾਲ ਜੁੜੋ। ਲੋ ਭਗਤ ਜੀ ਕਹਿੰਦੇ ਨੇ, ਐ ਮਾਈ ਪਾਈ ਸਾਰੇ ਧਿਆਨ ਦੇ ਨਾਲ ਸੁਣੋ। ਉਹ ਖੁਦਾ ਅੱਲਾ ਰਾਮ ਭਗਵਾਨ ਇੱਕੋ ਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਾਈਆਂ, ਕੋਈ ਅਲਾਹੇ। ਇਹ ਤੇ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਪਿਤਾ ਇੱਕ ਹੁੰਦਾ ਹੈ, ਉਸ ਪਿਤਾ ਨੂੰ ਕੋਈ ਬਾਪੂ ਵੀ ਕਹਿ ਦਿੰਦਾ, ਉਸ ਪਿਤਾ ਨੂੰ ਕੋਈ ਡੈਡ ਵੀ ਕਹਿ ਦਿੰਦਾ, ਉਸ ਪਿਤਾ ਨੂੰ ਕੋਈ ਫਾਦਰ ਵੀ ਕਹਿ ਦਿੰਦਾ। ਵੱਖੋ ਵੱਖਰੀ ਭਾਸ਼ਾ ਦੇ ਨਾਮ ਨੇ, ਪਰ ਪਿਤਾ ਤੇ ਪਿਤਾ ਹੀ ਹੈ ਨਾ। ਇਸੇ ਤਰ੍ਹਾਂ ਉਸ ਵਾਹਿਗੁਰੂ ਦੇ ਨਾਮ ਤੇ ਅਨੇਕਾਂ ਹੋ ਸਕਦੇ ਨੇ, ਅਸੰਖ ਨਾਮ ਅਸੰਖ ਥਾਵ, ਪਰ ਰੱਬ ਦੋ ਨਹੀਂ ਹੋ ਸਕਦੇ।
ਇਹ ਸਿਧਾਂਤ ਭਗਤ ਕਬੀਰ ਜੀ ਸਮਝਾ ਰਹੇ ਹਨ। ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਹੀ ਨਿਸ਼ਚੈ ਤਰਨਾ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਆ ਪ੍ਰਾਣਾਧਾਰੀ ਜੀਵੋ, ਤੁਸੀਂ ਕੇਵਲ ਤਾਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ। ਮੁਸਲਮਾਨ ਆਪਣੇ ਅਕੀਦੇ ਮੁਤਾਬਕ ਅੱਲਾ ਅੱਲਾ ਜਪ ਲੈਣ, ਹਿੰਦੂ ਰਾਮ ਰਾਮ ਜਪ ਲੈਣ, ਤੇ ਜਿਹੜੇ ਗੁਰਸਿੱਖ ਨੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰ ਲੈਣ, ਪਰ ਨਾਮ ਜਪੋ। ਇਹ ਤੁਹਾਨੂੰ ਸਿੱਖਿਆ ਦਿੰਦੇ ਹਾਂ। ਤਬ ਹੀ ਨਿਸ਼ਚੈ ਤਰਨਾ, ਤਾਂ ਹੀ ਨਿਸ਼ਚੈ ਕਰਕੇ ਯਕੀਨਨ ਤੌਰ 'ਤੇ ਤੁਸੀਂ ਤਰ ਸਕਦੇ ਹੋ। ਜਪ ਮਨ ਸਤਨਾਮ ਸਦਾ ਸਤਨਾਮ, ਹਰਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਕਲਿਆਣ ਤਾਂ ਨਾਮ ਨੇ ਕਰਨੀ ਹੈ। ਪ੍ਰਭਾਤੀ ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਹੁਣ ਤੀਸਰੇ ਸ਼ਬਦ ਵਿੱਚ ਭਗਤ ਜੀ ਇੱਕ ਸਾਡਾ ਵੱਡਾ ਭੁਲੇਖਾ ਦੂਰ ਕਰਨ ਲੱਗੇ ਨੇ ਵੀ ਜਿਹੜੇ ਹਿੰਦੂ ਮੁਸਲਮਾਨਾਂ ਨੂੰ ਉੱਚਾ ਨੀਵਾਂ ਵੱਡਾ ਛੋਟਾ ਸਮਝਦੇ ਨੇ, ਉਹਨਾਂ ਦਾ ਵਹਿਮ ਭਰਮ ਦੂਰ ਕਰਦੇ ਨੇ ਵੀ ਸੰਸਾਰ ਬਣਿਆ ਕਿਵੇਂ। ਅਵਲ ਅੱਲਾਹ ਨੂਰੋ ਪਾਇਆ, ਅਵਲ ਸਭ ਤੋਂ ਪਹਿਲਾਂ ਉਸ ਅੱਲਾ ਖੁਦਾ ਨੇ, ਉਸ ਵਾਹਿਗੁਰੂ ਪਰਮੇਸ਼ਰ ਨੇ ਨੂਰ ਪਾਇਆ। ਨੂਰ ਦਾ ਅਰਥ ਹੈ ਆਪਣਾ ਜ਼ਹੂਰ, ਆਪਣਾ ਚਾਨਣ, ਪ੍ਰਕਾਸ਼ ਉਸ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਕੀਤਾ। ਕੁਦਰਤ ਕੇ ਸਭ ਬੰਦੇ। ਫਿਰ ਦੂਸਰੇ ਨੰਬਰ 'ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਕੁਦਰਤ ਬਣਾਈ। ਕੁਦਰਤ ਉਸ ਰੱਬ ਦੀ ਸ਼ਕਤੀ ਦਾ ਨਾਮ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਅਵਲ ਅੱਲਾਹ ਨੂਰੋ ਪਾਇਆ, ਇਹਦਾ ਮਤਲਬ ਉਸ ਅੱਲਾ ਨੇ ਸਭ ਤੋਂ ਪਹਿਲਾਂ ਆਪਣੇ ਨੂਰ ਨੂੰ ਪੈਦਾ ਕੀਤਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਫਿਰ ਉਸਨੇ ਕੁਦਰਤ ਦੀ ਸਾਜਨਾ ਕੀਤੀ ਤੇ ਕੁਦਰਤ ਤੋਂ ਸਾਰੇ ਆਦਮੀ ਮਨੁੱਖ ਪੈਦਾ ਕਰ ਦਿੱਤੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਉਸ ਖੁਦਾ ਦੇ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ। ਮੁੱਢ ਤਾਂ ਉਹੀ ਹੈ ਨਾ, ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਕੌਣ ਭਲੇ ਕੋ ਮੰਦੇ, ਤੁਸੀਂ ਇਹਨਾਂ ਵਿੱਚੋਂ ਕਿਹਨਾਂ ਨੂੰ ਚੰਗੇ ਆਖੋਗੇ ਤੇ ਕਿਹਨਾਂ ਨੂੰ ਮਾੜੇ ਆਖੋਗੇ। ਭਾਵ ਇਹਨਾਂ ਵਿੱਚ ਚੰਗਾ ਤੇ ਮਾੜਾ ਕੋਈ ਨਹੀਂ, ਤੇ ਸਾਰੇ ਇੱਕੋ ਜਿਹੇ ਹੀ ਹਨ। ਲੋਗਾ ਭਰਮ ਨਾ ਭੂਲੋ ਭਾਈ। ਭਗਤ ਕਬੀਰ ਜੀ ਫਰਮਾਉਂਦੇ ਨੇ, ਆ ਦੁਨੀਆ ਦੇ ਲੋਗੋ ਐਵੇਂ ਭਰਮ ਦੇ ਵਿੱਚ ਪੈ ਕੇ, ਵਹਿਮਾਂ ਦੇ ਵਿੱਚ ਪੈ ਕੇ ਐਵੇਂ ਨਾ ਭੁੱਲ ਦਾ ਸ਼ਿਕਾਰ ਬਣੋ, ਐਵੇਂ ਨਾ ਗਲਤ ਫਹਿਮੀਆਂ ਦੇ ਅੰਦਰ ਆਪਣੇ ਮਨ ਨੂੰ ਪਾਓ। ਖਾਲਕ 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 ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਲੋਗਾ ਭਰਮ ਨਾ ਭੁੱਲੋ ਭਾਈ। ਐ ਲੋਗੋ, ਸਾਡੇ ਭਰਾਵੋ, ਐਵੇਂ ਨਾ ਭਰਮ ਦੇ ਵਿੱਚ ਠੋਕਰਾਂ ਖਾਂਦੇ ਫਿਰੋ, ਐਵੇਂ ਨਾ ਲੜਾਈ ਝਗੜੇ ਕਰਦੇ ਫਿਰੋ। ਖਾਲਕ ਖਾਲਕ, ਉਹ ਖਲਕਤ ਦਾ ਮਾਲਕ, ਖਾਲਕ ਖਲਕਤ ਦੇ ਵਿੱਚ ਵਸ ਰਿਹਾ ਹੈ, ਤੇ ਖਲਕ ਮੈਂ ਖਾਲਕ, ਉਸ ਖਲਕਤ ਦੇ ਵਿੱਚ ਖਾਲਕ ਵਸ ਰਿਹਾ ਹੈ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਖਲਕਤ ਵਿੱਚ ਤੇ ਖਲਕਤ ਉਹਦੇ ਵਿੱਚ ਵਸ ਰਹੀ ਹੈ। ਪੂਰ ਰਹਿਓ ਸਰਬ ਠਾਈ, ਉਹ ਵਾਹਿਗੁਰੂ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਾਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਤਿਸ ਤੇ ਪੈਨ ਨਹੀਂ ਕੋ ਠਾਓ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਵੀ ਸਾਰਿਆਂ ਦੇਸ਼ਾਂ ਦੇ ਵਿੱਚ, ਸਾਰੇ ਭੇਸਾਂ ਦੇ ਵਿੱਚ, ਸਾਰਿਆਂ ਦੇ ਅੰਦਰੋਂ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਰਹਾਉ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ। ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਨੇ, ਦੇਖ ਲਓ ਇੱਕੋ ਹੀ ਮਿੱਟੀ ਹੈ, ਮਾਟੀ ਏਕ, ਅਨੇਕ ਭਾਂਤ ਕਰ, ਅਨੇਕਾਂ ਤਰੀਕਿਆਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੇ
ਆਕਾਰ ਆਕਿਰਤੀਆਂ ਰਚ ਕੇ ਸਾਜੀ ਸਾਜਣਹਾਰ ਹੈ। ਜਿੰਨੀ ਕੁੱਲ ਕਾਇਨਾਤ ਹੈ, ਸਾਰੀ ਸ੍ਰਿਸ਼ਟੀ ਹੈ, ਉਹ ਸਾਜਣਹਾਰ ਵਾਹਿਗੁਰੂ ਨੇ ਬਣਾਈ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਘੁਮਿਆਰ ਪਹਿਲਾਂ ਮਿੱਟੀ ਗੁੰਨਦਾ ਹੈ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਫਿਰ ਉਸ ਤੋਂ ਅੱਗੇ ਵੱਖੋ ਵੱਖਰੇ ਭਾਂਡੇ ਤਿਆਰ ਕਰਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਘੁਮਿਆਰ ਹੈ। ਉਹਨੇ ਪੰਜ ਤੱਤਾਂ ਦੀ ਮਿੱਟੀ ਬਣਾਈ। ਪੰਜ ਤੱਤਾਂ ਦੀ ਮਿੱਟੀ ਬਣਾ ਕੇ ਅਨੇਕਾਂ ਤਰ੍ਹਾਂ ਦੇ ਨਾਲ ਉਹਨੂੰ ਸਵਾਰ ਕੇ ਅਤੇ ਉਸ ਮਿੱਟੀ ਤੋਂ ਸਾਰੀ ਸ੍ਰਿਸ਼ਟੀ ਬਣਾਈ ਹੈ। ਕੀ ਮਨੁੱਖ, ਕੀ ਪਸ਼ੂ ਪੰਛੀ, ਕੀੜੀ ਤੋਂ ਲੈ ਕੇ ਹਾਥੀ ਪਰਯੰਤ ਜਿਤਨੇ ਵੀ ਛੋਟੇ ਵੱਡੇ ਜੀਵ ਨੇ, ਕੀ ਹਿੰਦੂ, ਕੀ ਮੁਸਲਮਾਨ, ਕੀ ਜੈਨੀ, ਕੀ ਬੋਧੀ, ਕੀ ਈਸਾਈ, ਗੱਲ ਕੀ ਜਿਤਨੇ ਵੀ ਜੀਵ ਜੰਤ ਨੇ ਇੱਕੋ ਮਿੱਟੀ ਤੋਂ ਅਨੇਕਾਂ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਸਾਜੇ ਹਨ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਬਈ ਵੇਖ ਲਓ, ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਜੈਨੀ, ਬੋਧੀ, ਈਸਾਈ ਹੈ, ਜਦੋਂ ਤੁਸੀਂ ਉਹਨਾਂ ਦੇ ਭਾਂਡੇ ਸਰੀਰ ਨੂੰ ਦੇਖੋਗੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਜਿਹੜੇ ਮਿੱਟੀ ਦੇ ਭਾਂਡੇ ਬਣਾਏ ਨੇ ਸਰੀਰ, ਇਹਨਾਂ ਵਿੱਚ ਕੋਈ ਵੀ ਤੁਹਾਨੂੰ ਪੋਚ ਦਾ ਅਰਥ ਹੈ ਊਣ ਤਾਈ ਕੋਈ ਖਾਮੀ ਨਜ਼ਰ ਨਹੀਂ ਆਵੇਗੀ, ਇੱਕੋ ਜਿਹੇ ਨੇ। ਨਾ ਕਛ ਪੋਚ ਘੁਮਾਰਾ, ਅਤੇ ਜਿਹੜਾ ਬਣਾਉਣ ਵਾਲਾ ਘੁਮਿਆਰ ਪਰਮੇਸ਼ਰ ਹੈ, ਅਤੇ ਨਾ ਹੀ ਉਹਦੇ ਵਿੱਚ ਸਾਨੂੰ ਕੋਈ ਊਣ ਤਾਈ ਨਜ਼ਰ ਆਵੇਗੀ। ਬਣਾਉਣ ਵਾਲੇ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ। ਜਿੰਨੇ ਸਰੀਰ ਨੇ, ਚਾਹੇ ਕਿਸੇ ਧਰਮ ਨਾਲ, ਕਿਸੇ ਮਜ਼ਹਬ ਦੇ ਨਾਲ ਸੰਬੰਧਿਤ ਹੋਣ, ਪਰ ਸਾਰੇ ਇੱਕੋ ਜਿਹੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ। ਸਭ ਮਹਿ ਸੱਚਾ ਏਕੋ ਸੋਈ, ਤਿਸ ਕਾ ਕੀਆ ਸੱਚ ਸਭ ਕਛ ਹੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਭ ਮੈਂ ਸੱਚਾ ਏਕੋ ਸੋਈ, ਵੀ ਜਿਤਨੇ ਵੀ ਭਾਂਡੇ ਵਾਹਿਗੁਰੂ ਨੇ ਬਣਾਏ ਨੇ, ਸਰੀਰ ਬਣਾਏ ਨੇ, ਜੀਵ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਵਿੱਚ ਹੀ ਇੱਕੋ ਇੱਕ ਸੱਚਾ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ। ਤਿਸ ਕਾ ਕੀਆ ਸਭ ਕੁਛ ਹੋਈ, ਉਸੇ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਸਭ ਕੁਛ ਹੋ ਰਿਹਾ ਹੈ। ਭਾਵ ਜੋ ਵੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੀ ਖੇਡ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਬਿਨਾਂ ਹੁਕਮ ਨਾ ਝੂਲੈ ਪਤ, ਬਿਨਾਂ ਹੁਕਮ ਤੋਂ ਕੁਝ ਵੀ ਨਹੀਂ ਹੋ ਸਕਦਾ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਜਿਹੜਾ ਉਸ ਮਾਲਕ ਦੇ ਹੁਕਮ ਨੂੰ ਪਛਾਣ ਲੈਂਦਾ ਹੈ ਅਤੇ ਉਹੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੈ। ਉਹ ਅੱਲਾ ਅਤੇ ਰਾਮ ਨੂੰ ਵੱਖ-ਵੱਖ ਨਹੀਂ ਸਮਝਦਾ, ਉਹ ਦੋਹਾਂ ਨੂੰ ਇੱਕ ਜਾਣਦਾ ਹੈ। ਬੰਦਾ ਕਹੀਐ ਸੋਈ, ਅਸਲੀ ਉਹੀ ਰੱਬ ਦਾ ਬੰਦਾ ਹੈ, ਉਹੀ ਪਰਮੇਸ਼ਰ ਦਾ ਸੇਵਾਦਾਰ ਅਖਵਾ ਸਕਦਾ ਹੈ। ਅੱਲਹੁ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮੁਸਲਮਾਨ ਉਸ ਨੂੰ ਅੱਲਾ ਕਹਿੰਦੇ ਨੇ, ਹਿੰਦੂ ਉਸ ਨੂੰ ਅਲਖ ਕਹਿੰਦੇ ਨੇ, ਅਰਥ ਦੋਹਾਂ ਦੇ ਬਰਾਬਰ ਹੀ ਨੇ। ਅੱਲਹੁ ਅਲਖ ਨਾ ਜਾਈ ਲਖਿਆ, ਉਹ ਅੱਲਾ ਅਲਖ ਹੈ, ਕਿਸੇ ਪਾਸੋਂ ਲਖਿਆ ਜਾਣਿਆ ਨਹੀਂ ਜਾਂਦਾ। ਗੁਰ ਗੁੜ ਦੀਨਾ ਮਿੱਠਾ, ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਮਿੱਠਾ ਗੁੜ ਗਿਆਨ ਦਾ ਬਖਸ਼ਿਸ਼ ਕਰ ਦਿੱਤਾ। ਕਿਉਂ? ਭਗਤ ਕਬੀਰ ਜੀ ਦੀ ਬਾਣੀ ਵਿੱਚ ਹੋਰ ਥਾਂ 'ਤੇ ਗਿਆਨ ਨੂੰ ਗੁੜ ਆਖਿਆ ਹੈ। ਗੁੜ ਕਰ ਗਿਆਨ ਧਿਆਨ ਕਰਤਾ ਵੇ, ਉਹ ਗਿਆਨ ਦਾ ਮਿੱਠਾ ਗੁੜ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਭਗਤ ਕਬੀਰ ਜੀ ਕਹਿੰਦੇ ਨੇ, ਮੇਰੀ ਤੇ ਸਾਰੀ ਸ਼ੰਕਾ ਨਾਸ ਹੋ ਗਈ ਹੈ, ਮੇਰੀ ਗਲਤ ਫਹਿਮੀ, ਭਰਮ ਭੁਲੇਖੇ ਸਾਰੇ ਨਿਕਲ ਗਏ ਨੇ। ਸਰਬ ਨਿਰੰਜਨ ਡੀਠਾ, ਮੈਂ ਤੇ ਸਭ ਦੇ ਅੰਦਰ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੇਖ ਲਿਆ ਹੈ। ਮੈਨੂੰ ਤੇ ਸਾਰਿਆਂ ਵਿੱਚ ਹੀ ਇੱਕ ਵਾਹਿਗੁਰੂ ਦੇ ਦੀਦਾਰ ਹੋ ਰਹੇ ਹਨ। ਪ੍ਰਭਾਤੀ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਲਓ ਹੁਣ
ਭਗਤ ਕਬੀਰ ਜੀ ਦੇ ਪਾਸ ਫਿਰ ਕੋਈ ਮੌਲਵੀ ਆਇਆ ਹੈ। ਉਹ ਮੌਲਵੀ ਆ ਕੇ ਕਹਿਣ ਲੱਗਾ ਭਗਤ ਜੀ, ਤੁਸੀਂ ਇਹ ਦੱਸੋ ਹਿੰਦੂ ਧਰਮ ਚੰਗਾ ਹੈ ਜਾਂ ਮੁਸਲਮਾਨ ਮਜ਼ਹਬ ਚੰਗਾ ਹੈ? ਤਾਂ ਭਗਤ ਜੀ ਕਹਿਣ ਲੱਗੇ, ਭਾਈ ਜਿਹੜਾ ਚੰਗੇ ਕੰਮ ਕਰਦਾ ਹੈ ਉਹੀ ਚੰਗਾ ਹੋ ਸਕਦਾ ਹੈ। ਮਜ਼ਹਬ ਕੋਈ ਮਾੜਾ ਨਹੀਂ, ਪਰ ਜਦੋਂ ਬੰਦਾ ਹੀ ਮਾੜੇ ਕੰਮ ਕਰੇਗਾ ਫਿਰ ਮਜ਼ਹਬ ਕੀ ਕਰ ਸਕਦਾ ਹੈ? ਤੇ ਫਿਰ ਉਹ ਮੌਲਵੀ ਕਹਿਣ ਲੱਗਾ, ਬਈ ਸਾਡੇ ਧਰਮ ਦੇ ਵਿੱਚ ਇੱਕ ਮਰਜ਼ਾਦਾ ਹੈ, ਉਹ ਹੈ ਕੁਰਬਾਨੀ। ਈਦ ਤੇ ਬਕਰੀਦ ਵਾਲੇ ਦਿਨ ਮੁਸਲਮਾਨ ਲੋਕ ਬੱਕਰੇ ਦੀ ਅਤੇ ਗਊ ਦੀ ਕੁਰਬਾਨੀ ਦਿੰਦੇ ਨੇ। ਬਹੁਤ ਵੱਡੇ ਪੱਧਰ 'ਤੇ ਤਿਉਹਾਰ ਮਨਾਏ ਜਾਂਦੇ ਨੇ। ਲੱਖਾਂ ਕਰੋੜਾਂ ਜੀਵਾਂ ਦਾ ਘਾਣ ਕੀਤਾ ਜਾਂਦਾ ਹੈ। ਹੁਣ ਭਗਤ ਕਬੀਰ ਜੀ ਬਾ ਦਲੀਲ ਇਸ ਗੱਲ ਦਾ ਨਿਰਣਾ ਕਰਦੇ ਨੇ। ਠੀਕ ਕੀ ਹੈ ਅਤੇ ਗਲਤ ਕੀ ਹੈ ਉਹ ਤੁਸੀਂ ਆਪ ਹੀ ਸਮਝ ਲਵੋਗੇ। ਰਹਾਉ ਦੀਆਂ ਪੰਕਤੀਆਂ ਨੇ, ਮੁੱਲਾ ਕਹੋ ਨਿਆਓ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ। ਰਹਾਉ, ਐ ਮੁੱਲਾ ਤੂੰ ਸਾਨੂੰ ਇਹ ਦੱਸ, ਖੁਦਾ ਦੇ ਘਰ ਦਾ ਨਿਆਂ ਕੀ ਹੈ? ਰੱਬ ਦੇ ਘਰ ਦਾ ਨਿਆਂ ਕਿਹੋ ਜਿਹਾ ਹੈ? ਤੇਰੇ ਮਨ ਕਾ ਭਰਮ ਨਾ ਜਾਈ। ਕੇਵਲ ਜ਼ੁਬਾਨੀ ਕਲਾਮੀ ਗੱਲਾਂ ਕਰਨ ਦੇ ਨਾਲ ਤੇਰੇ ਮਨ ਦਾ ਭਰਮ ਦੂਰ ਨਹੀਂ ਹੋ ਸਕਦਾ। ਗੱਲੀ ਬਾਤੀ ਜੋ ਮਰਜ਼ੀ ਤੂੰ ਆਖੀ ਜਾ, ਪਰ ਇਹਦੇ ਨਾਲ ਤੇਰਾ ਭਰਮ ਦੂਰ ਨਹੀਂ ਹੋਣਾ। ਜਿਹੜਾ ਅਸਲੀ ਰੱਬ ਦੇ ਘਰ ਦਾ ਨਿਆਂ ਹੈ ਉਹਦੇ ਬਾਰੇ ਸਾਨੂੰ ਦੱਸ। ਜੇ ਤੈਨੂੰ ਨਹੀਂ ਪਤਾ ਤੇ ਫਿਰ ਅਸੀਂ ਤੈਨੂੰ ਸਵਾਲ ਕਰਦੇ ਹਾਂ ਤੇ ਤੂੰ ਧਿਆਨ ਦੇ ਨਾਲ ਸੁਣ। ਵੇਦ ਕਤੇਬ ਕਹੋ ਮਤ ਝੂਠੇ। ਵੇਦ ਹਿੰਦੂ ਧਰਮ ਦੇ ਸਰਵੋਤਮ ਧਰਮ ਗ੍ਰੰਥ ਨੇ। ਇਹਨਾਂ ਨੂੰ ਈਸ਼ਵਰੀ ਬਾਣੀ, ਬ੍ਰਹਮ ਬਾਣੀ ਵੀ ਕਿਹਾ ਜਾਂਦਾ ਹੈ। ਅਤੇ ਕਤੇਬ ਮੁਸਲਮਾਨਾਂ ਦੀਆਂ 4 ਕਤੇਬਾਂ ਨੇ। ਕਹੋ ਮਤ ਝੂਠੇ, ਤੁਸੀਂ ਇਹਨਾਂ ਨੂੰ ਮਤ ਝੂਠੇ ਆਖੋ। ਇਹਨਾਂ ਵਿੱਚ ਜੋ ਵੀ ਕੁਛ ਲਿਖਿਆ ਹੋਇਆ ਹੈ ਉਹ ਇੱਕ ਸੱਚ ਹੈ। ਤੁਸੀਂ ਇਹਨਾਂ ਵੇਦਾਂ ਕਤੇਬਾਂ ਨੂੰ, ਜਿਹੜੇ ਹਿੰਦੂ ਮੁਸਲਮਾਨਾਂ ਦੇ ਧਰਮ ਗ੍ਰੰਥ ਨੇ, ਇਹਨਾਂ ਨੂੰ ਝੂਠੇ ਨਾ ਆਖੋ। ਝੂਠਾ ਜੋ ਨਾ ਵਿਚਾਰੈ, ਝੂਠਾ ਤੇ ਉਹ ਬੰਦਾ ਹੈ ਜਿਹੜਾ ਇਹਨਾਂ ਦੀ ਸਹੀ ਵਿਚਾਰ ਨਹੀਂ ਕਰਦਾ, ਆਪਣੇ ਮਨ ਮਰਜ਼ੀ ਦੇ ਅਰਥ ਕੱਢ ਲੈਂਦਾ ਹੈ, ਅਰਥਾਂ ਦਾ ਅਨਰਥ ਕਰ ਦਿੰਦਾ ਹੈ। ਅਸਲੀ ਸਿਧਾਂਤ ਨੂੰ ਸਮਝਣ ਦੀ ਥਾਂ 'ਤੇ ਉਲਟਾ ਪੁਲਟਾ ਸਿਧਾਂਤ ਸ਼ਬਦਾਂ ਦੀ ਹੇਰ ਫੇਰ ਦੇ ਨਾਲ ਸਮਝਾਇਆ ਜਾਂਦਾ ਹੈ। ਬਈ ਝੂਠਾ ਉਹ ਹੈ ਜਿਹੜਾ ਇਹਨਾਂ ਧਰਮ ਗ੍ਰੰਥਾਂ ਦੀ ਸਹੀ ਵਿਚਾਰ ਨਹੀਂ ਕਰਦਾ। ਜੋ ਸਭ ਮਹਿ ਏਕ ਖੁਦਾਏ ਕਹਿਤ ਹੋ, ਤੋ ਕਿਉਂ ਮੁਰਗੀ ਮਾਰੈ। ਲੋ ਭਗਤ ਕਬੀਰ ਜੀ ਮੁੱਲਾ ਨੂੰ ਕਹਿੰਦੇ ਨੇ, ਇਹ ਕਹਿੰਦਾ ਵੀ ਸਾਰਿਆਂ ਵਿੱਚ ਹੀ ਖੁਦਾ ਵਸਦਾ। ਭਗਤ ਜੀ ਕਹਿਣ ਲੱਗੇ, ਇਸ ਗੱਲ ਨੂੰ ਤੂੰ ਮੰਨਦਾ ਸਾਰਿਆਂ ਵਿੱਚ ਖੁਦਾ ਵਸਦਾ? ਕਹਿੰਦਾ ਹਾਂ ਮੰਨਦਾ ਹਾਂ। ਤਾਂ ਭਗਤ ਕਬੀਰ ਜੀ ਸਵਾਲ ਕਰਦੇ ਨੇ, ਜੋ ਸਭ ਮੈਂ ਇਹ ਖੁਦਾ ਇਹ ਕਹਿਤ ਹੋ, ਤੂੰ ਆਪ ਹੀ ਕਹਿੰਦਾ ਨਾ ਸਾਰਿਆਂ ਵਿੱਚ ਇੱਕ ਖੁਦਾ ਵਸਦਾ, ਤਾਂ ਉਹ ਕਿਉਂ ਮੁਰਗੀ ਮਾਰਾ? ਫਿਰ ਤੂੰ ਮੁਰਗੀ ਨੂੰ ਕਿਉਂ ਮਾਰਦਾ? ਕਿਉਂਕਿ ਜਿਹੜੇ ਮਾਸਾਹਾਰੀ ਲੋਕ ਨੇ ਉਹ ਆਪਣੀ ਜ਼ੁਬਾਨ ਦੇ ਸਵਾਦ ਬਦਲੇ ਧਰਮ ਦੀ ਆੜ ਲੈ ਲੈਂਦੇ ਨੇ, ਕੋਈ ਨਾ ਕੋਈ ਬਹਾਨਾ ਕੱਢ ਲੈਂਦੇ ਨੇ। ਹੁੰਦਾ ਉਹਨਾਂ ਦੀ ਆਪਣੀ ਜ਼ੁਬਾਨ ਦਾ ਹੀ ਚਸਕਾ ਹੈ, ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ। ਸਾਡੇ ਧਰਮ ਦੇ ਵਿੱਚ ਹੀ ਆ ਗਿਆ ਹੈ, ਅਸੀਂ ਇਹ ਕੰਮ ਕਰ ਸਕਦੇ ਹਾਂ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਜੇ ਸਾਰਿਆਂ ਵਿੱਚ ਹੀ ਤੁਸੀਂ ਖੁਦਾ ਨੂੰ ਮੰਨਦੇ ਹੋ, ਫਿਰ ਕੀ ਮੁਰਗੀ ਵਿੱਚ ਖੁਦਾ ਨਹੀਂ ਹੈ? ਜੇ ਤੁਸੀਂ ਮੁਰਗੀ ਵਿੱਚ ਵੀ ਖੁਦਾ ਨੂੰ ਮੰਨਦੇ ਹੋ, ਫਿਰ ਉਹਨੂੰ ਮਾਰਦੇ ਕਿਉਂ ਹੋ? ਜੇ ਸਾਰਿਆਂ ਵਿੱਚ ਹੀ ਖੁਦਾ ਹੈ,
ਰੱਬ ਵਸਦਾ ਹੈ ਤੇ ਫਿਰ ਮੁਰਗੀ ਨੂੰ ਕਿਉਂ ਮਾਰਦੇ ਹੋ? ਉਹਦੇ ਵਿੱਚ ਤਾਂ ਰੱਬ ਵਸ ਰਿਹਾ ਹੈ। ਮੁੱਲਾ ਕਹੋ ਨਿਆਓ ਖੁਦਾਈ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਹੇ ਮੁੱਲਾ, ਜੋ ਅਸਲੀ ਖੁਦਾ ਦੇ ਘਰ ਦਾ ਨਿਆਂ ਹੈ ਉਹ ਸਾਨੂੰ ਦੱਸ। ਤੇਰੇ ਮਨ ਕਾ ਭਰਮ ਨਾ ਜਾਈ। ਜੇ ਤੈਨੂੰ ਨਹੀਂ ਪਤਾ ਅਸੀਂ ਦੱਸ ਦਿੰਦੇ ਹਾਂ, ਪਰ ਸਾਨੂੰ ਇਹ ਵੀ ਪਤਾ ਹੈ, ਗੱਲਾਂ ਬਾਤਾਂ ਜ਼ਬਾਨੀ ਕਲਾਮੀ ਜਿੰਨਾ ਮਰਜ਼ੀ ਤੈਨੂੰ ਕੋਈ ਸਮਝਾ ਲਵੇ, ਤੇਰੇ ਮਨ ਦਾ ਭਰਮ ਭੁਲੇਖਾ ਕਦੇ ਵੀ ਦੂਰ ਨਹੀਂ ਹੋ ਸਕਦਾ। ਰਹਾਉ ਪਕਰ ਜਿਉ ਆਨਿਆ ਦੇਹ ਬਨਾਸੀ। ਪਕਰ ਜਿਉ ਆਨਿਆ ਦੇਹ ਬਿਨਾਸੀ, ਮਾਟੀ ਕੋ ਬਿਸਮਿਲ ਕੀਆ। ਲਓ ਹੁਣ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਨੇ, ਮੌਲਵੀ ਨੂੰ ਸਵਾਲ ਕਰਦੇ ਨੇ ਵੀ ਵੇਖ, ਪਕਰ ਜਿਉ ਆਨਿਆ, ਤੁਸੀਂ ਇੱਕ ਜੀਵ ਨੂੰ, ਕਿਸੇ ਜੀਵ ਨੂੰ ਫੜ ਕੇ ਲੈ ਆਂਦਾ ਜ਼ਬਰਦਸਤੀ, ਚਾਹੇ ਉਹ ਮੁਰਗੀ ਸੀ, ਚਾਹੇ ਬੱਕਰਾ ਸੀ, ਚਾਹੇ ਕੋਈ ਛਤਰਾ ਸੀ, ਤੇ ਚਾਹੇ ਕੋਈ ਗਾਂ ਸੀ, ਚਾਹੇ ਕੋਈ ਝੋਟਾ ਸੀ, ਚਾਹੇ ਬਲਦ ਸੀ। ਪਕੜ ਜਿਉ ਆਨਿਆ, ਤੁਸੀਂ ਜੀਵ ਨੂੰ ਜ਼ਬਰਦਸਤੀ ਪਕੜ ਕੇ ਲੈ ਆਂਦਾ। ਦੇਹ ਬਨਾਸੀ, ਫਿਰ ਉਹਦੀ ਦੇਹ ਨੂੰ ਨਾਸ ਕਰ ਦਿੱਤਾ, ਉਹਦਾ ਸਿਰ ਵੱਢ ਦਿੱਤਾ, ਉਹਦੀ ਬਲੀ ਚੜਾ ਦਿੱਤੀ, ਉਹਦੀ ਕੁਰਬਾਨੀ ਦੇ ਦਿੱਤੀ। ਮਾਟੀ ਕੋ ਬਿਸਮਿਲ ਕੀਆ, ਉਹਦੀ ਦੇਹ ਮਿੱਟੀ ਦੀ ਬਣੀ ਹੋਈ ਸੀ। ਤੁਸੀਂ ਦੱਸੋ, ਮਿੱਟੀ ਨੂੰ ਬਿਸਮਿਲ ਕੀਆ, ਜ਼ਿਬਾ ਕੀਤਾ ਹੈ, ਮਾਰਿਆ ਹੈ, ਜਾਂ ਉਸ ਨੂੰ ਹਲਾਲ ਕੀਤਾ ਹੈ? ਮਿੱਟੀ ਨੂੰ ਹੀ ਕੀਤਾ ਹੈ ਨਾ। ਆ ਜਿਹੜਾ ਕਿਸੇ ਵੀ ਜੀਵ ਦਾ ਸਰੀਰ ਹੈ ਮਿੱਟੀ ਤੋਂ ਬਣਿਆ। ਤੁਸੀਂ ਜੀਵ ਨੂੰ ਫੜ ਕੇ ਲੈ ਆਂਦਾ, ਉਹਦੀ ਦੇਹ ਨਾਸ ਕਰ ਦਿੱਤੀ। ਹੁਣ ਦੱਸੋ, ਜਦੋਂ ਤੁਸੀਂ ਕੁਰਬਾਨੀ ਦਿੱਤੀ ਜਾਂ ਬਲੀ ਦਿੱਤੀ, ਉਸ ਵੇਲੇ ਕੀ ਤੁਸੀਂ ਮਿੱਟੀ ਨੂੰ ਮਾਰਿਆ? ਬਿਸਮਿਲ ਤੋਂ ਭਾਵ ਬਿਸਮਿਲ੍ਲਾ ਕਰਨਾ, ਜ਼ਿਬਾ ਕਰਨਾ, ਕਲਮਾ ਪੜ੍ਹ ਕੇ ਮਾਰਨਾ। ਕੀ ਤੁਸੀਂ ਉਸ ਮਿੱਟੀ ਨੂੰ, ਸਰੀਰ ਮਿੱਟੀ ਹੈ, ਉਹਨੂੰ ਤੁਸੀਂ ਮਾਰਨਾ ਕੀਤਾ, ਕੁੱਠਾ ਕੀਤਾ ਜਾਂ ਹਲਾਲ ਬਣਾਇਆ ਹੈ? ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਕੀਆ। ਜਿਹੜੀ ਰੱਬ ਦੀ ਜੋਤ ਸੀ ਸਾਰਿਆਂ ਵਿੱਚ ਵਸ ਰਹੀ, ਜਿਹਦੇ ਬਾਰੇ ਤੁਸੀਂ ਵੀ ਕਹਿੰਦੇ ਹੋ, ਜੋ ਸਭ ਮੈਂ ਖੁਦਾਈ ਕਹਿਤ ਹੋ, ਵੀ ਸਾਰਿਆਂ ਵਿੱਚ ਖੁਦਾ ਵਸਦਾ। ਹੁਣ ਦੇਖ ਲਓ, ਜਿਹੜੀ ਵਾਹਿਗੁਰੂ ਦੀ ਜੋਤ ਸੀ, ਜੋਤ ਸਰੂਪ ਅਨਾਹਤ ਲਾਗੀ, ਉਹ ਅਨਾਹਤ ਨਾਸ ਤੋਂ ਰਹਿਤ ਸੀ। ਵਾਹਿਗੁਰੂ ਦੀ ਜੋਤ ਉਸ ਜੋਤੀ ਸਰੂਪ ਵਿੱਚ ਜਾ ਕੇ ਲਾਗੀ ਦਾ ਅਰਥ ਹੈ ਤਦਾਕਾਰ ਹੋ ਗਈ। ਜਦੋਂ ਕਿਸੇ ਜੀਵ ਨੂੰ ਮਾਰਦੇ ਹੋ, ਜਿਹੜੀ ਉਹਦੀ ਜੋਤ ਹੈ, ਰੱਬ ਦੀ ਅੰਸ਼ ਹੈ, ਉਹ ਤਾਂ ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਅਤੇ ਹੁਣ ਪਿੱਛੇ ਮਿੱਟੀ ਰਹਿ ਗਈ, ਜੋਤ ਤਾਂ ਜੋਤ ਵਿੱਚ ਜਾ ਕੇ ਰਲ ਗਈ। ਕਹੋ ਹਲਾਲ ਕਿਆ ਕੀਆ, ਦੱਸੋ ਫਿਰ ਤੁਸੀਂ ਹਲਾਲ ਕਿਹਨੂੰ ਕੀਤਾ? ਕੀ ਮਿੱਟੀ ਨੂੰ ਹਲਾਲ ਕੀਤਾ, ਅਤੇ ਜਾਂ ਜਿਹੜੀ ਰੱਬ ਦੀ ਜੋਤ ਜੀਵਾਂ ਅੰਦਰ ਵਸ ਰਹੀ ਸੀ, ਤੁਸੀਂ ਉਹਨੂੰ ਹਲਾਲ ਕੀਤਾ? ਉਹ ਤਾਂ ਮਰਨ ਵਾਲੀ ਨਹੀਂ। ਇਹਦਾ ਮਤਲਬ ਤੁਸੀਂ ਮਿੱਟੀ ਨੂੰ ਹੀ ਮਾਰਿਆ ਹੈ। ਜੋ ਤੇ ਅਮਰ ਸੀ, ਜੋ ਦਾ ਤੇ ਤੁਸੀਂ ਕੁਛ ਵੀ ਵਿਗਾੜ ਨਹੀਂ ਸਕਦੇ ਸੀ। ਕਿਆ ਉਜੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਫਿਰ ਇਹ ਕਹਿਣ ਲੱਗਾ, ਜਦੋਂ ਅਸੀਂ ਨਮਾਜ਼ ਪੜ੍ਹਦੇ ਹਾਂ, ਉਸ ਵੇਲੇ ਅਸੀਂ ਉਜੂ ਪਾਕ ਆਪਣੇ ਸਰੀਰ ਨੂੰ ਉਜੂ ਕਰਦੇ ਹਾਂ, ਅਤੇ ਸਰੀਰ ਨੂੰ ਪਵਿੱਤਰ ਕਰਦੇ ਹਾਂ, ਅਤੇ ਮੂੰਹ ਵੀ ਧੋਨੇ ਹਾਂ। ਜਿਵੇਂ ਆਪਾਂ ਕਹਿੰਦੇ, ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾਣਾ ਜਾਂ ਬਾਣੀ ਪੜ੍ਹਨੀ ਆ ਜਾਂ ਨਿਤਨੇਮ ਕਰਨਾ, ਕਹਿੰਦੇ 5 ਇਸ਼ਨਾਨਾਂ ਕਰਕੇ ਕਰਨਾ ਚਾਹੀਦਾ, ਸਰੀਰ ਨੂੰ ਸੁੱਚਾ ਕਰਕੇ। ਅਤੇ ਮੁਸਲਮਾਨ ਉਸ ਨੂੰ ਵੁਜੂ ਕਹਿੰਦੇ ਨੇ। ਵੁਜੂ ਅਤੇ ਉਜੂ ਦੇ ਅਰਥ ਇੱਕੋ ਹੀ ਨੇ। ਕਿਆ ਉਜੂ ਪਾ ਕੀਆ ਮੂੰਹ ਧੋਇਆ, ਕੀ ਤੁਸੀਂ ਉਜੂ ਕੀਤਾ, ਭਾਵ 5 ਇਸ਼ਨਾਨਾ ਕੀਤਾ, ਅਤੇ ਆਪਣਾ ਮੂੰਹ ਧੋਤਾ ਅਤੇ ਉਸ ਨੂੰ ਪਾਕ ਪਵਿੱਤਰ ਕੀਤਾ। ਕਿਆ ਮਸੀਤ ਸਿਰ ਲਾਇਆ, ਅਤੇ ਕੀ ਤੁਸੀਂ ਮਸੀਤ ਵਿੱਚ ਜਾ ਕੇ ਆਪਣਾ ਸਿਰ ਲਾਇਆ? ਇਹਦਾ ਮਤਲਬ ਇਹ ਹੈ ਵੀ 5 ਇਸ਼ਨਾਨਾ ਕਰਕੇ, ਉਜੂ ਕਰਕੇ ਮਸਜਿਦ ਵਿੱਚ ਚਲੇ ਗਏ, ਅਤੇ ਜਾ ਕੇ ਮਸਜਿਦ ਦੀ ਸਰਦਲ 'ਤੇ ਜਾ ਕੇ ਪਹਿਲਾਂ ਮੱਥਾ ਟੇਕਿਆ, ਸਜਦਾ ਕੀਤਾ। ਜੋ ਦਿਲ ਮਹਿ ਕਾਪਟ ਨਿਵਾਜ ਗੁਜ਼ਾਰ ਹੋ,
ਕਿਆ ਹਜ ਕਾਬੈ ਜਾਇਆ। ਜੇ ਤੁਹਾਡੇ ਦਿਲ ਵਿੱਚ ਕਪਟ ਹੈ, ਆਪਣੀ ਜ਼ੁਬਾਨ ਦੇ ਸਵਾਦ ਬਦਲੇ ਤੁਸੀਂ ਜੀਵਾਂ ਨੂੰ ਮਾਰ ਮਾਰ ਕੇ ਤੇ ਇਹਨੂੰ ਇੱਕ ਧਰਮ ਦਾ ਕੰਮ ਆਖਦੇ ਹੋ ਵੀ ਇਹ ਧਰਮ ਆਗਿਆ ਦਿੰਦਾ ਹੈ, ਤੇ ਫਿਰ ਤੁਸੀਂ ਦਿਲ ਦੇ ਵਿੱਚ ਕਪਟ ਰੱਖ ਕੇ ਨਮਾਜ਼ ਗੁਜ਼ਾਰਦੇ ਹੋ, ਨਮਾਜ਼ ਪੜ੍ਹਦੇ ਹੋ, ਇਹਦਾ ਕੀ ਫਾਇਦਾ ਹੋਇਆ। ਕਿਆ ਹਜ ਕਾਬਾ ਜਾਇਆ, ਕਾਬੇ ਦੇ ਹਜ ਜਾ ਕੇ ਵੀ ਆ ਗਏ, ਕਾਬੇ ਦਾ ਜਾ ਕੇ ਹਜ ਵੀ ਕਰ ਲਿਆ, ਦੱਸੋ ਇਹਦਾ ਕੀ ਲਾਭ ਹੋਇਆ। ਭਾਵ ਇਹਦਾ ਕੁਛ ਵੀ ਲਾਭ ਨਹੀਂ ਹੋਇਆ। ਜੇ ਤੁਹਾਡੀ ਦਿਲ ਦੀ ਨੀਅਤ ਸਾਫ਼ ਨਹੀਂ, ਫਿਰ ਤੁਹਾਨੂੰ ਰੱਬ ਨੇ ਕਦੀ ਵੀ ਮੁਆਫ ਨਹੀਂ ਕਰਨਾ। ਤੂੰ ਨਾ ਪਾਕ ਪਾਕ ਨਹੀਂ ਸੂਝਿਆ, ਤਿਸ ਕਾ ਮਰਮ ਨਾ ਜਾਣਿਆ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਮੌਲਵੀ ਤੂੰ ਤੇ ਨਾਪਾਕ ਦਿਲ ਦਾ ਪਲੀਤ ਹੀ ਰਿਹਾ ਹੈ। ਜੋ ਪਾਕ ਪਵਿੱਤਰ ਸਰੂਪ ਵਾਹਿਗੁਰੂ ਸੀ, ਖੁਦਾ ਸੀ, ਅੱਲਾਹ ਤਾਲਾ ਸੀ, ਤੂੰ ਉਸ ਨੂੰ ਜਾਣਿਆ ਹੀ ਨਹੀਂ, ਉਹ ਤੈਨੂੰ ਸੁਝਿਆ ਹੀ ਨਹੀਂ, ਉਹ ਤੈਨੂੰ ਨਜ਼ਰ ਹੀ ਨਹੀਂ ਆਇਆ। ਤੇਰਾ ਮਨ ਅਪਵਿੱਤਰ ਹੋਣ ਕਰਕੇ ਉਹ ਪਾਕ ਪਵਿੱਤਰ ਵਾਹਿਗੁਰੂ ਤੈਨੂੰ ਦਿਸਿਆ ਨਹੀਂ। ਤਿਸ ਕਾ ਮਰਮ ਨਾ ਜਾਣਿਆ, ਤੇ ਤੂੰ ਉਸ ਦਾ ਭੇਤ ਵੀ ਨਹੀਂ ਕੁਛ ਜਾਣਿਆ। ਕਹਿ ਕਬੀਰ ਭਿਫਤ ਤੇ ਚੂਕਾ, ਦੋਜਕ ਸਿਉ ਮਨ ਮਾਨਿਆ। ਲੋ ਭਗਤ ਜੀ ਬੜੇ ਇਨਕਲਾਬੀ ਤੇ ਕ੍ਰਾਂਤੀਕਾਰੀ ਬੇਬਾਕ ਰੱਬ ਦੇ ਪਿਆਰੇ ਸਨ। ਉਸ ਮੌਲਵੀ ਨੂੰ ਕਹਿੰਦੇ ਜਿਹੜਾ ਧਰਮ ਦਾ ਠੇਕੇਦਾਰ ਸੀ। ਕਹਿਤ ਕਬੀਰ ਪੈਸਾ ਤੇ ਚੂਕਾ, ਕਹਿਣ ਲੱਗੇ ਭਲਿਆ ਲੋਕਾਂ ਤੂੰ ਬਿਹਸਤਾਂ ਤੋਂ ਤੇ ਖੁੰਝ ਗਿਆ, ਤੂੰ ਹੁਣ ਬਿਹਸ਼ਤਾਂ ਵਿੱਚ ਨਹੀਂ ਜਾ ਸਕਦਾ, ਸਵਰਗ ਵਿੱਚ ਨਹੀਂ ਜਾ ਸਕਦਾ। ਦੋਜਕ ਸਿਉ ਮਨ ਮਾਨਾ, ਜਿਹੜੀਆਂ ਗੱਲਾਂ ਤੂੰ ਕਰਦਾ ਹੈ ਨਾ, ਤੇ ਤੇਰਾ ਨਰਕਾਂ ਵਿੱਚ ਜਾਣ ਵਾਸਤੇ ਮਨ ਮੰਨ ਗਿਆ। ਤੂੰ ਤੇ ਨਰਕਾਂ ਵਿੱਚ ਹੀ, ਦੋਜਕ ਵਿੱਚ ਹੀ ਜਾ ਕੇ ਡਿੱਗਣਾ ਹੈ। ਇਸ ਲਈ ਜਿਹੋ ਜਿਹੀਆਂ ਤੇਰੀਆਂ ਕਰਤੂਤਾਂ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ, ਤੂੰ ਲੋਕਾਂ ਨੂੰ ਦਿਖਾਵਾ ਕਰਕੇ ਹੋਰ ਗੱਲਾਂ ਕਰਦਾ ਹੈ, ਤੇ ਅੰਦਰ ਤੇਰੇ ਕਪਟ ਹੈ, ਛਲ ਹੈ, ਧੋਖਾ ਹੈ, ਦੂਜਿਆਂ ਨੂੰ ਨੀਵਾਂ ਸਮਝਦਾ ਹੈ। ਇਸੇ ਲਈ ਤੂੰ ਬਿਸ਼ਤਾਂ ਵਿੱਚ ਨਹੀਂ ਜਾ ਸਕਦਾ, ਨਰਕਾਂ ਵਿੱਚ ਹੀ ਜਾ ਕੇ ਡਿੱਗੇਗਾ। ਪ੍ਰਭਾਤੀ ਸੁਨ ਸੰਧਿਆ, ਤੇਰੀ ਦੇਵ ਦੇਵਾ ਕਰ, ਅਦਪਤ ਆਦ ਸਮਾਈ। ਲੋ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਨਾ, ਪਿਛਲੇ 3 ਜਿਹੜੇ ਸ਼ਬਦ ਆਏ ਨੇ, ਤਿੰਨੇ ਸ਼ਬਦਾਂ ਦਾ ਸਿਧਾਂਤ ਵੀ ਹਿੰਦੂ ਤੇ ਮੁਸਲਮਾਨ 2 ਧਰਮਾਂ ਦੇ ਜਿਹੜੇ ਆਗੂ ਨੇ ਜਾਂ ਉਹਨਾਂ ਦੇ ਅਨੁਯਾਈ ਨੇ, ਉਹਨਾਂ ਦੇ ਨਾਲ ਵਾਰਤਾਲਾਪ ਹੁੰਦਿਆਂ ਹੋਇਆਂ ਜੋ ਤੱਤ ਸਿਧਾਂਤ ਹੈ ਉਹਨੂੰ ਭਗਤ ਜੀ ਨੇ ਪ੍ਰਗਟਾਇਆ ਸੀ। ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ 5ਵਾਂ ਸ਼ਬਦ, ਇਹਨੂੰ ਆਰਤੀ ਦਾ ਸ਼ਬਦ ਕਹਿੰਦੇ ਨੇ। ਇਹਦੇ ਵਿੱਚ ਭਗਤ ਕਬੀਰ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਨੇ, ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਠਾਂਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨਾ ਲਖਿਆ ਜਾਈ। ਲਿਹੋ ਆਰਤੀ ਹੋ ਪੁਰਖ ਨਿਰੰਜਨ, ਹੇ ਨਿਰੰਜਨ ਸ਼ੁੱਧ ਸਰੂਪ ਤੇ ਪੁਰਖ ਵਿਆਪਕ ਸਰੂਪ ਵਾਹਿਗੁਰੂ ਜੀ, ਅਸੀਂ ਤੁਹਾਡੀ ਇਹ ਆਰਤੀ ਕਰ ਰਹੇ ਹਾਂ, ਤੁਸੀਂ ਇਹ ਸਾਡੀ ਆਰਤੀ ਨੂੰ ਪ੍ਰਵਾਨ ਕਰ ਲਵੋ। ਸਤਿਗੁਰ ਪੂਜੋ ਭਾਈ, ਅਸੀਂ ਸਤਿਗੁਰੂ ਨੂੰ ਤੁਹਾਡਾ ਰੂਪ ਸਮਝ ਕੇ, ਪਾਰ ਬ੍ਰਹਮ ਗੁਰ ਨਾਹੀ ਭੇਦ, ਅਸੀਂ ਸਤਿਗੁਰੂ ਨੂੰ ਰੱਬ ਦਾ ਰੂਪ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਹਾਂ। ਇਹੀ ਸਾਡੀ ਆਰਤੀ ਹੈ, ਇਹਨੂੰ ਤੁਸੀਂ ਮਨਜ਼ੂਰ ਕਰੋ। ਠਾਂਡਾ ਬ੍ਰਹਮਾ ਨਿਗਮ ਵਿਚਾਰੈ, ਜੇ ਸਤਿਗੁਰੂ ਦੇ ਅੱਗੇ ਬ੍ਰਹਮਾ ਖਲੋਤਾ ਹੋਇਆ ਵੇਦਾਂ ਦੀ ਵਿਚਾਰ ਕਰਦਾ। ਆ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਟਾਂ ਦੇ ਸਵਈਏ ਪੜ੍ਹੇ ਜਾਂਦੇ ਨੇ, ਇਹ ਪੱਟ ਵੇਦਾਂ ਦਾ ਹੀ ਅਵਤਾਰ ਸਨ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਬ੍ਰਹਮਾ ਵੀ ਭਿੱਖਾ ਬ੍ਰਹਮਾ ਦਾ ਅਵਤਾਰ ਸੀ। ਇਹ ਬ੍ਰਹਮਾ ਤੁਹਾਡੇ ਦਰ 'ਤੇ ਖੜਾ ਵੇਦਾਂ ਦੀ ਵਿਚਾਰ ਕਰ ਰਿਹਾ ਹੈ। ਅਲਖ ਨਾ ਲਖਿਆ ਜਾਏ, ਉਹ ਵਾਹਿਗੁਰੂ ਅਲਖ ਹੈ, ਕਿਸੇ ਪਾਸੋਂ ਲਖਿਆ ਨਹੀਂ ਜਾਂਦਾ। ਬੁੱਧੀ ਕਰਕੇ ਅਲਖ ਹੈ, ਤੇ ਆਤਮ ਵਿਸ਼ਾਣੀ ਬੁੱਧੀ ਦੁਆਰਾ ਤੇ ਭਾਗ ਤਿਆਗ ਲਕਸ਼ਣਾਂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਹੁਣ ਆਰੰਭ ਤੋਂ ਭਗਤ ਕਬੀਰ ਜੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਤੋਤਰ ਨਾਲ ਉਚਾਰਨ ਕਰਦੇ ਨੇ। ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਹੇ ਵਾਹਿਗੁਰੂ ਤੂੰ ਦੇਵਤਿਆਂ ਦਾ ਵੀ ਦੇਵਾ ਪ੍ਰਕਾਸ਼ ਰੂਪ ਹੈ, ਤੇ ਸੁਨ ਅਫੌਰ ਸਰੂਪ ਹੈ।
ਅਸੀਂ ਤੇਰੀ ਸੰਧਿਆ ਕਰਦੇ ਹਾਂ। ਤਿੰਨ ਸੰਧਿਆ ਨੇ, ਜਿਵੇਂ ਮੁਸਲਮਾਨਾਂ ਦੀਆਂ 5 ਨਮਾਜ਼ਾਂ ਨੇ, 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ। ਹਿੰਦੂ ਲੋਕ 3 ਸਮੇਂ ਪੂਜਾ ਪਾਠ ਕਰਦੇ ਨੇ। ਇੱਕ ਜਦੋਂ ਪੌ ਫਟਾਲਾ ਹੁੰਦਾ, ਸੂਰਜ ਚੜ੍ਹਦਾ ਹੈ, ਉਹਨੂੰ ਸੰਧਿਆ ਕਹਿੰਦੇ ਨੇ। ਦੂਸਰਾ ਜਦੋਂ ਦਿਨੇ ਦੁਪਹਿਰਾ ਢਲਦਾ ਹੈ, ਉਹ ਦੂਜੀ ਸੰਧਿਆ ਹੈ। ਫਿਰ ਜਦੋਂ ਸੂਰਜ ਡੁੱਬਦਾ ਹੈ, ਉਹ ਤੀਜੀ ਸੰਧਿਆ ਹੁੰਦੀ ਹੈ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਹੇ ਦੇਵਤਿਆਂ ਦੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ, ਤੂੰ ਸੋਨਾ ਫੌਰ ਸਰੂਪ ਹੈ। ਅਸੀਂ ਤੇਰੀ 3 ਸਮੇਂ 3 ਵਕਤ ਸੰਧਿਆ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਉਪਾਸਨਾ ਕਰਦੇ ਹਾਂ। ਆਦਿਪਤ ਆਦਿ ਸਮਾਈ, ਤੂੰ ਸਾਰਿਆਂ ਦਾ ਅਧਿਸ਼ਠਾਨ ਰੂਪ ਹੈ। ਪਤੀ ਸਭ ਦਾ ਮਾਲਕ ਹੈ, ਆਦਿ ਸਭ ਦਾ ਮੂਲ ਕਾਰਨ ਸਰੂਪ ਹੈ, ਅਤੇ ਸਮਾਈ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ। ਕੀ ਇਸਤਰੀ, ਕੀ ਪੁਰਸ਼, ਕੀ ਹੋਰ ਜੀਵ ਜੰਤੂ, ਤੂੰ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ। ਕੁਛ ਵਿਦਵਾਨਾਂ ਨੇ ਸੁਣ ਸੰਧਿਆ ਤੇਰੀ ਦੇਵ ਦੀਵਾਕਰ, ਦੀਵਾਕਰ ਪਾਠ ਇਕੱਠਾ ਵੀ ਮੰਨਿਆ ਹੈ। ਦੇਵ ਦੀਵਾਕਰ, ਦੀਵਾਕਰ ਦਾ ਅਰਥ ਕੀਤਾ ਹੈ ਵੀ ਪ੍ਰਕਾਸ਼ ਦਾ ਘਰ, ਪ੍ਰਕਾਸ਼ ਦੀ ਨਿਧੀ। ਹੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ, ਤੂੰ ਸੂਰਜਾਂ ਦਾ ਸੂਰਜ ਹੈ, ਪ੍ਰਕਾਸ਼ ਦਾ ਖਜ਼ਾਨਾ ਹੈ। ਇਉਂ ਵੀ ਅਰਥ ਕੀਤਾ। ਸੋ ਰਹੋ ਵਿਚਾਰ। ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ। ਹੇ ਵਾਹਿਗੁਰੂ ਜੀ, ਸਿੱਧ ਸਮਾਧੀਆਂ ਲਾ ਲਾ ਕੇ ਤੇਰਾ ਅੰਤ ਪਾਉਣ ਦਾ ਯਤਨ ਕਰਦੇ ਨੇ, ਪਰ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ। ਲਾਗ ਰਹੇ ਸਰਨਾਈ, ਅਸੀਂ ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਜੁੜੇ ਹੋਏ ਹਾਂ। ਅਤੇ ਕਿਰਪਾ ਕਰੋ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਆਸ। ਗੋਬਿੰਦ ਦਾਸ ਤੁਹਾਰ, ਤੁਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ। ਲੇਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਹੇ ਪੁਰਖ, ਪੁਰਸ਼ਾਰਥ ਦੇ ਮਾਲਕ, ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਜੀ, ਤੁਸੀਂ ਸਾਡੀ ਆਰਤੀ ਨੂੰ ਪ੍ਰਵਾਨ ਕਰ ਲਵੋ। ਸਾਡੀ ਆਰਤੀ ਕੀ ਹੈ? ਸਤਿਗੁਰ ਪੂਜੋ ਭਾਈ। ਅਸੀਂ ਸਤਿਗੁਰੂ ਨੂੰ ਆਪ ਜੀ ਦਾ ਸਰੂਪ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਹਾਂ, ਉਹਨਾਂ ਦੀ ਆਰਤੀ ਕਰਦੇ ਹਾਂ। ਜਿਵੇਂ ਗੁਰਮਤਿ ਦੀ ਮਰਜ਼ਾਦਾ ਹੈ, ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਹਾਂ, ਭੇਟਾ ਅਰਪਣ ਕਰਦੇ ਹਾਂ, ਧੂਪ ਦੀਪ ਦਿਖਾਉਂਦੇ ਹਾਂ, ਅਤੇ ਨਾਲ ਹੀ ਫੁੱਲ ਆਦਿਕ ਭੇਟਾ ਕਰਦੇ ਹਾਂ। ਇਹ ਸਤਿਗੁਰੂ ਦੀ ਪੂਜਾ ਹੈ। ਬਈ ਅਸੀਂ ਸਤਿਗੁਰੂ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਅਸੀਂ ਪੂਜਾ ਕਰਦੇ ਹਾਂ। ਹੇ ਵਾਹਿਗੁਰੂ ਜੀ, ਤੁਸੀਂ ਇਹ ਸਾਡੀ ਆਰਤੀ ਨੂੰ ਪ੍ਰਵਾਨ ਕਰੋ। ਠਾਂਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨਾ ਲਖਿਆ ਜਾਈ। ਬ੍ਰਹਮਾ ਆਪ ਜੀ ਦੇ ਦਰ 'ਤੇ ਖੜਾ ਹੋਇਆ ਵੇਦਾਂ ਦੀ ਵਿਚਾਰ ਕਰ ਰਿਹਾ ਹੈ। ਵੈਦਿਕ ਰਿਸ਼ੀ ਆਪ ਜੀ ਦੀ ਉਸਤਤ ਉਚਾਰਨ ਕਰਦੇ ਹਨ। ਹੇ ਵਾਹਿਗੁਰੂ, ਤੂੰ ਬੁੱਧੀ ਕਰਕੇ ਅਲੱਖ ਹੈ, ਕਿਸੇ ਪਾਸੋਂ ਜਾਣਿਆ ਨਹੀਂ ਜਾਂਦਾ। ਰਹਾਉ ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਿਆਰਾ। ਜਦੋਂ ਆਰਤੀ ਉਤਾਰੀ ਜਾਂਦੀ ਹੈ, ਉਹਦੇ ਵਿੱਚ ਦੀਵੇ ਵੀ ਜਗਾਏ ਜਾਂਦੇ ਨੇ। ਤੁਸੀਂ ਕਿਹੜਾ ਦੀਵਾ ਬਾਲਿਆ? ਤਾਂ ਭਗਤ ਕਬੀਰ ਜੀ ਇਹਦਾ ਕੀ ਜਵਾਬ ਦਿੰਦੇ ਨੇ, ਧਿਆਨ ਦੇ ਨਾਲ ਸੁਣੋ। ਤਤ ਤੇਲ, ਤਤ ਦਾ ਤੇਲ ਪਾਇਆ ਹੈ। ਨਾਮ ਕੀਆ ਬਾਤੀ, ਨਾਮ ਦੀ ਬੱਤੀ ਪਾਈ ਹੈ। ਦੀਪਕ ਦੇਹ ਉਜਿਆਰਾ, ਐਸਾ ਦੀਪਕ ਦੀਵਾ ਅਸੀਂ ਦੇਹ ਦੇ ਵਿੱਚ ਉਜਾਰਾ ਦਾ ਅਰਥ, ਉਜਿਆਰਾ ਦਾ ਅਰਥ ਵੀ ਬਾਲਿਆ ਹੈ, ਜਗਾਇਆ ਹੈ। ਜਦੋਂ ਆਪਾਂ ਅੱਖਰੀ ਅਰਥਾਂ ਦੀ ਵਿਚਾਰ ਕਰਾਂਗੇ, ਤਤ ਤੇਲ, ਤਤ ਦਾ ਅਰਥ ਹੈ ਗਿਆਨ, ਗਿਆਨ ਦਾ ਤੇਲ ਪਾਇਆ ਹੈ। ਨਾਮ ਕੀਆ ਬਾਤੀ, ਨਾਮ ਦੀਆਂ ਬੱਤੀਆਂ ਵੱਟ ਕੇ ਪਾਈਆਂ ਨੇ। ਅਤੇ ਦੀਪਕ ਦੇਹ ਉਜਿਆਰਾ, ਗਿਆਨ ਦਾ ਦੀਵਾ ਆਪਣੀ ਦੇਹ ਵਿੱਚ ਜਗਾਇਆ ਹੈ। ਇਹ ਅਰਥ ਬਣਦਾ ਹੈ। ਪਰ ਜਦੋਂ ਆਪਾਂ ਡੂੰਘੇ ਭਾਵ ਨੂੰ ਵਿਚਾਰਾਂਗੇ, ਫਿਰ ਇਹਦਾ ਅਰਥ ਇਉਂ ਬਣੇਗਾ, ਤਤ ਤੇਲ
ਤਤ ਦਾ ਅਰਥ ਇੱਥੇ ਪ੍ਰੇਮ ਕਰਨਾ ਪਵੇਗਾ। ਪ੍ਰੇਮ ਰੂਪੀ ਤੇਲ ਪਾਇਆ ਹੋਇਆ ਹੈ। ਜਿਹੜੀ ਨਾਮ ਦੇ ਨਾਲ ਜੁੜੀ ਹੋਈ ਬਿਰਤੀ ਹੈ, ਸ਼ੁੱਧ ਬਿਰਤੀ, ਇਹ ਉਸੇ ਵਿੱਚ ਬੱਤੀ ਪਾਈ ਹੋਈ ਹੈ। ਪ੍ਰੇਮ ਦਾ ਤੇਲ ਹੈ, ਨਾਮ ਦੇ ਨਾਲ ਸ਼ੁੱਧ ਹੋਈ ਸੁਰਤ ਬਿਰਤੀ, ਉਹ ਅਸੀਂ ਇਹਦੇ ਵਿੱਚ ਬੱਤੀ ਵੱਟ ਕੇ ਪਾਈ ਹੋਈ ਹੈ। ਦੀਪਕ ਦੇਹ ਉਜਿਆਰਾ, ਫਿਰ ਇਸ ਢੰਗ ਦੇ ਨਾਲ ਜਿਹੜਾ ਗਿਆਨ ਦਾ ਦੀਵਾ ਸਾਡੀ ਦੇਹ ਦੇ ਵਿੱਚ ਪ੍ਰਜਵਲਿਤ ਹੋ ਗਿਆ ਹੈ। ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਨ ਹਾਰਾ। ਇਸ ਦੀਵੇ ਨੂੰ ਜਗਾਇਆ ਕਿਵੇਂ ਹੈ? ਹਜ਼ੂਰ ਕਹਿੰਦੇ ਜੋਤ ਲਾਏ ਜਗਦੀਸ਼ ਜਗਾਇਆ। ਹੁਣ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਿਦਮਾਨ ਸੀ। ਆਪਣੀ ਸੁਰਤ ਨੂੰ ਉਸ ਜੋਤ ਦੇ ਨਾਲ ਜੋੜ ਕੇ, ਆਪਣੀ ਸੁਰਤ ਨੂੰ ਜੋਤ ਦੇ ਨਾਲ ਜੋੜ ਕੇ ਤੇ ਅਸੀਂ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਇਆ ਹੈ। ਕਿਹਨੇ ਜਗਾਇਆ ਹੈ? ਜਗਦੀਸ਼ ਜਗਾਇਆ। ਉਸ ਜਗਤ ਦੇ ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਬਾਲ ਦਿੱਤਾ ਹੈ। ਬੂਝੈ ਬੂਝਨ ਹਾਰਾ, ਇਸ ਦੀਵੇ ਨੂੰ ਕਿਵੇਂ ਜਗਾਇਆ ਗਿਆ ਹੈ? ਇਸ ਨੂੰ ਕੋਈ ਸਮਝਣ ਵਾਲਾ ਹੀ ਜਿਹੜਾ ਬ੍ਰਹਮ ਗਿਆਨੀ ਹੈ, ਤਤ ਗਿਆਨੀ ਹੈ, ਤੇ ਉਹੀ ਇਸ ਗੱਲ ਨੂੰ ਸਮਝ ਸਕਦਾ ਹੈ। ਹਰ ਕੋਈ ਨਹੀਂ ਇਸ ਗੱਲ ਨੂੰ ਸਮਝ ਸਕਦਾ ਬਈ ਅੰਦਰ ਗਿਆਨ ਦਾ ਦੀਵਾ ਕਿਵੇਂ ਬਾਲਿਆ ਜਾਂਦਾ ਹੈ। ਪੰਚੇ ਸ਼ਬਦ ਅਨਾਹਦ ਬਾਜੇ, ਸੰਗੇ ਸਾਰੰਗ ਪਾਨੀ। ਇਹ ਜਿਹੜੀ ਅੰਦਰੂਨੀ ਆਰਤੀ ਦਾ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਹੈ, ਇਹ ਬਾਹਰਲੀ ਆਰਤੀ ਦੇ ਨਾਲ ਇਹਦਾ ਬਹੁਤਾ ਸੰਬੰਧ ਨਹੀਂ। ਪੰਚੇ ਸ਼ਬਦ ਅਨਾਹਦ ਵਾਜੇ, ਜਿਹੜੇ ਪੰਜ ਸ਼ਬਦ ਨੇ ਅਨਹਦ ਸ਼ਬਦ, ਉਹ ਹੁਣ ਸਾਡੇ ਅੰਦਰ ਵੱਜ ਪਏ ਨੇ। ਉਹ ਅਨਹਦ ਸ਼ਬਦ ਕਿਹੜੇ ਨੇ? ਜਿਵੇਂ ਆਰਤੀਆਂ ਦੇ ਸਮੇਂ ਵੀ ਉਹ ਘੜਿਆਲ ਸੰਖ ਆਦਿਕ ਪੂਰਦੇ ਨੇ, ਉਹਨਾਂ ਨੂੰ ਪੰਜ ਸ਼ਬਦ ਕਹਿ ਦਿੰਦੇ ਨੇ। ਪੰਚੇ ਸ਼ਬਦ ਅਨਾਹਦ ਬਾਜੇ। ਯੋਗ ਮਤ ਵਿੱਚ ਤਤ ਤੰਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿ ਸਵਾ ਸੁਖਰ ਪਹਿਚਾਨ। ਇਹ ਪੰਜ ਜਿਹੜੇ ਯੋਗੀਆਂ ਦੇ ਵਾਜੇ ਨੇ, ਇਹ ਇਕਰਾ ਸਾਡੇ ਅੰਦਰ ਵੱਜ ਪਏ ਨੇ। ਅਥਵਾ ਪੰਚੇ ਸ਼ਬਦ ਅਨਾਹਦ ਵਾਜੇ, ਜਿਹੜੇ ਪੰਜ ਸ਼ਬਦ ਨੇ ਗੁਰਮਤਿ ਦੇ ਪੰਜ ਸ਼ਬਦ ਕਿਹੜੇ ਨੇ? ਇੱਕ ਓੰਕਾਰ ਬੀਜ ਰੂਪ ਮੰਤਰ ਪਹਿਲਾ ਸ਼ਬਦ ਹੈ। ਗੁਰਪ੍ਰਸਾਦ ਤੱਕ ਮਹਾ ਮੰਤਰ ਰੂਪ ਦੂਸਰਾ ਸ਼ਬਦ ਹੈ। ਅਤੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਤੀਜਾ ਸ਼ਬਦ ਹੈ। ਜਪਜੀ ਸਾਹਿਬ ਮਾਲਾ ਮੰਤਰ ਹੈ। ਅਤੇ ਵਾਹਿਗੁਰੂ ਗੁਰਮੰਤਰ ਪੰਜਵਾਂ ਸ਼ਬਦ ਹੈ। ਇਹ ਪੰਜੇ ਸ਼ਬਦ ਇਕਰਾ ਸਾਡੇ ਅੰਦਰ ਪ੍ਰਗਟ ਹੋ ਗਏ ਨੇ। ਅਤੇ ਸੰਗੇ ਸਾਰੰਗ ਪਾਣੀ, ਅਤੇ ਇਹਦੇ ਨਾਲ ਸਾਰੰਗ ਪਾਣੀ ਵਾਹਿਗੁਰੂ ਪਰਮੇਸ਼ਰ ਵੀ ਸਾਡੇ 'ਤੇ ਪ੍ਰਸੰਨ ਹੋ ਗਿਆ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਇਹ ਨਿਰੰਕਾਰ ਮਾਇਕੀ ਕਾਰਾਂ ਤੋਂ ਰਹਿਤ ਤੇ ਨਿਰਬਾਣੀ ਦੁੱਖਾਂ ਤੋਂ ਰਹਿਤ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਕਬੀਰ ਭਗਤ ਜੀ ਨੇ ਦਾਸ ਬਣ ਕੇ ਤੇਰੀ ਇਹੋ ਜਿਹੀ ਇਹ ਮਾਨਸੀ ਆਰਤੀ ਉਤਾਰਨ ਕੀਤੀ ਹੈ। ਅੰਤਰ ਆਤਮਾ ਤੇਰੀ ਐਸੀ ਆਰਤੀ ਉਤਾਰਨਾ ਕੀਤੀ ਹੈ ਅਤੇ ਤੂੰ ਇਸ ਨੂੰ ਪ੍ਰਵਾਨ ਕਰ ਲੈ। ਇਹਦੇ ਵਿੱਚ ਬਾਹਰਲੇ ਕਿਸੇ ਆਰਤੀ ਦੇ ਢੰਗ ਦਾ ਕੋਈ ਭਗਤ ਜੀ ਨੇ ਜ਼ਿਕਰ ਨਹੀਂ ਕੀਤਾ। ਵੀ ਜਦੋਂ ਧਿਆਨ ਵਿੱਚ ਬੈਠ ਕੇ ਵੀ ਉਹ ਵਾਹਿਗੁਰੂ ਦੀ ਆਰਤੀ ਕਰਦੇ ਸਨ, ਅਤੇ ਉਸ ਵੇਲੇ ਇਹਨੂੰ ਵੀ ਜਿਹੜੀ ਆਤਮਕ ਆਰਤੀ ਇਸ ਨੂੰ ਕਹਿ ਸਕਦੇ ਹਾਂ, ਉਹਦਾ ਭਗਤ ਜੀ ਨੇ ਇਹਦੇ ਵਿੱਚ ਜ਼ਿਕਰ ਕੀਤਾ ਹੈ। ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਹੁਣ ਇੱਥੇ ਦੀਵਾ ਵੀ ਗਿਆਨ ਦਾ ਹੀ ਦੱਸਿਆ ਹੈ, ਤੇਲ ਵੀ ਪ੍ਰੇਮ ਦਾ ਹੈ, ਨਾਮ ਨਾਲ ਸ਼ੁੱਧ ਹੋਈ ਬਿਰਤੀ ਉਹਦੇ ਵਿੱਚ ਬੱਤੀ ਪਾਈ ਹੋਈ ਹੈ। ਬਾਹਰਲੇ ਦੇ ਕਿਸੇ ਦੀਵੇ ਦਾ ਜ਼ਿਕਰ ਹੀ ਨਹੀਂ ਹੈ। ਅਤੇ ਨਾਲ ਕਹਿੰਦੇ ਇਸ ਦੀਵੇ ਨੂੰ ਜਗਾਇਆ ਕਿਵੇਂ ਹੈ? ਉਸ ਜੋਤ ਨਾਲ ਲਾ ਕੇ ਆਪਣੇ ਦੀਵੇ ਨੂੰ ਜਗਾ ਲਿਆ। ਸੁਰਤ ਨੂੰ ਜੋਤ ਨਾਲ ਜਗਾ ਕੇ ਆਪਣਾ ਗਿਆਨ ਦਾ ਦੀਵਾ ਬਾਲਿਆ। ਇਸ ਦੀਵੇ ਨੂੰ ਕਿਵੇਂ ਜਗਾਇਆ ਜਾਂਦਾ ਹੈ? ਕੋਈ ਵਿਰਲਾ ਸਮਝਣ ਵਾਲਾ ਬ੍ਰਹਮ ਗਿਆਨੀ ਤਤ ਬੇਤਾ ਇਸ ਗੱਲ ਨੂੰ ਸਮਝ ਸਕਦਾ ਹੈ। ਹਰ ਕਿਸੇ ਦੇ ਵੱਸ ਦੀ ਇਹ ਗੱਲ ਨਹੀਂ।
ਜਿਹੜੇ ਪੰਜੇ ਸ਼ਬਦ ਸਾਡੀ ਸੁਰਤ ਦੇ ਅੰਦਰ ਇੱਕ ਰਸ ਵੱਜ ਪਏ ਨੇ, ਨਾਮ ਦੇ ਵਾਜੇ ਵੱਜ ਪਏ ਨੇ, ਅਤੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਵੀ ਪ੍ਰਗਟ ਹੋ ਗਿਆ ਹੈ। ਹੇ ਨਿਰੰਕਾਰ, ਹੇ ਨਿਰਬਾਨੀ ਵਾਹਿਗੁਰੂ, ਕਬੀਰ ਦਾਸ ਨੇ ਤੇਰੀ ਆਰਤੀ ਕੀਤੀ ਹੈ ਅਤੇ ਤੁਸੀਂ ਕਿਰਪਾ ਕਰੋ ਇਸ ਆਰਤੀ ਨੂੰ ਪ੍ਰਵਾਨ ਕਰ ਲਵੋ। ਇਹ ਹੈ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਗੁਰਬਾਣੀ ਦੀ ਗੋਝ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਇਹ ਸਾਰੀ ਦੁਨੀਆ ਲਈ, ਸਾਰੀ ਮਾਨਵਤਾ ਲਈ ਸਾਂਝੀ ਸਿੱਖਿਆ ਹੈ। ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪੰਚੇ ਸ਼ਬਦ ਅਨਾਹਦ ਬਾਜੇ, ਸੰਗੇ ਸਾਰੰਗ ਪਾਨੀ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।